स्वागत। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट जी भास्कर जी और इंद्रप्रीत जी। मैं जी आया आखना बहुत बहुत शुक्रिया रंधावा जी। सारन सत श्री अकाल जी। ਅੱਜ ਇੰਦਰਪ੍ਰੀਤ ਜੀ ਆਪਣੇ ਖੇਤ 'ਚ ਬੈਠੇ ਆ, ਪਿੱਛੋਂ ਤਰ੍ਹਾਂ ਤਰ੍ਹਾਂ ਦੀਆਂ ਪੰਛੀਆਂ ਦੀਆਂ ਆਵਾਜ਼ਾਂ ਤੁਹਾਨੂੰ ਸੁਣਨ ਨੂੰ ਮਿਲਣਗੀਆਂ। ਸਵੇਰ ਚੰਡੀਗੜ੍ਹ ਦੇ ਲਾਗੇ ਦੀ ਕਿਵੇਂ ਦੀ ਹੁੰਦੀ ਆ, ਹਲਕਾ ਜਿਹਾ ਤੁਹਾਡਾ ਉਹ ਸੀਨ ਬਣੂਗਾ। ਖੈਰ, ਆਪਾਂ ਖਬਰਾਂ ਨਾਲ ਤੁਰਦੇ ਆ। ਸਭ ਤੋਂ ਪਹਿਲਾਂ ਲਵਾਂਗੇ ਉਹ ਦੁਖਾਂਤ ਤੋਂ ਤਰਾਸਦੀ ਜਿਹੜੀ ਕਿਸੇ ਵੀ ਖਿੱਤੇ 'ਚ ਵੱਸਦੇ ਲੋਕਾਂ ਦੇ ਰੁਜ਼ਗਾਰ ਨਾਲ ਜੁੜੀ ਆ, ਜੀਣ ਥੀਣ ਨਾਲ ਜੁੜੀ ਆ। ਸਾਡੇ ਬੱਚੇ ਵਿਦੇਸ਼ ਵੱਲ ਤੋਰ ਕੇ ਮਾਪੇ ਖੁਸ਼ ਹੁੰਦੇ ਆ ਔਰ ਇੰਜ ਲੱਗਦਾ ਜਿਵੇਂ ਉਹ ਸੁਰੱਖਿਅਤ ਹੋ ਗਏ, ਉਹਨਾਂ ਦਾ ਰੋਟੀ ਰੋਜ਼ੀ ਦਾ ਸਾਰੀ ਉਮਰ ਲਈ ਪ੍ਰਬੰਧ ਹੋ ਗਿਆ। ਪਰ ਉਹਨਾਂ ਦੇ ਜੀਣ ਦਾ ਪ੍ਰਬੰਧ ਕੌਣ ਕਰੂਗਾ? ਇਹ ਮਾਮਲੇ ਪੈਦਾ ਹੋ ਜਾਂਦੇ ਆ। ਕੈਨੇਡਾ ਵਰਗੇ ਮੁਲਕ ਵਿੱਚ ਅਸੀਂ ਲੱਖਾਂ ਦੀ ਤਾਦਾਦ ਦੇ ਵਿੱਚ ਆਪਣਾ ਸਰਮਾਇਆ ਸੁੱਟ ਰਹੇ ਹਾਂ ਬੱਚਿਆਂ ਦੇ ਰੂਪ 'ਚ, ਤੇ ਅਰਬਾਂ ਦੇ ਹਿਸਾਬ ਨਾਲ ਅਸੀਂ ਉੱਥੇ ਪੈਸੇ ਤੇ ਆਪਣੇ ਐਸੈਟਸ ਦੇ ਰਹੇ ਹਾਂ। ਹੁਣ ਤਾਂ ਜ਼ਮੀਨਾਂ ਵੇਚ ਲੋਕ ਜਾ ਰਹੇ। ਇਹ ਨਵੀਆਂ ਗੱਲਾਂ ਨਹੀਂ, ਇਹ ਸਭ ਸਮਝ ਵਾਲੇ ਲੋਕ ਸਮਝਦੇ ਆ ਕਿ ਆਖਰ ਸਾਡਾ ਪ੍ਰਵਾਸ ਹੁਣ ਦੂਜੇ ਨਜ਼ਰੀਏ ਨਾਲ ਸ਼ੁਰੂ ਹੋ ਗਿਆ। ਪਰ ਜੇ ਬੱਚੇ ਉੱਥੇ ਸੁਰੱਖਿਅਤ ਨਹੀਂ, ਜੇ ਬੱਚੇ ਉੱਥੇ ਭੁੱਖ ਨਾਲ ਲੜ ਰਹੇ ਆ, ਜੇ ਬੱਚਿਆਂ ਨੂੰ ਛੱਤ ਨਹੀਂ ਮਿਲ ਰਹੀ, ਕੰਮ ਨਹੀਂ ਮਿਲ ਰਿਹਾ, ਫਿਰ ਇਸ ਖਿੱਤੇ ਦੇ ਸਿਰ ਗੁਨਾਹ ਆਉਂਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਨਾਹ ਨਹੀਂ ਦੇ ਸਕਿਆ। ਭੱਜ ਕੇ ਆਖਰ ਕਿੱਥੋਂ ਤੱਕ ਜਾਓਗੇ? ਕਿੰਨੀ ਦੇਰ ਤੱਕ ਭਗੌੜੇ ਖਵਾਓਗੇ? ਕੱਚ ਭਰ ਆਉਂਦਾ ਗੱਲ ਹੁੰਦੀ ਨਹੀਂ, ਕਿਉਂਕਿ ਉਹ ਆਪਣੇ ਪੁੱਤ ਧੀਆਂ ਨੇ। ਜੇ ਖਬਰੇ ਆਵੇ ਕਿ ਕੋਈ ਬੱਚਾ ਕਿਸੇ ਪੁਲ ਦੇ ਥੱਲੇ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੋ ਗਿਆ, ਕਿ ਉਹਦੇ ਕੋਲ ਪੈਸੇ ਹੈ ਨਹੀਂ, ਉਹ ਘਰੇ ਫੋਨ ਕਰਨ ਲਈ $1 ਤੱਕ ਨਹੀਂ ਉਹਦੇ ਕੋਲ ਹੈਗਾ, ਕਿੱਦਾਂ ਦੀ ਤਸਵੀਰ ਬਣਾਵਾਂਗੇ? ਕਿਹੜੇ ਵਿਕਾਸ ਦੀਆਂ ਗੱਲਾਂ, ਕਿਹੜੀਆਂ ਅਣਖਾਂ ਦੀਆਂ ਗੱਲਾਂ ਨੇ? ਨਾਲ ਦੀ ਨਾਲ ਹੀ ਜਦੋਂ ਇੱਕ ਪੁੱਤ ਕੈਨੇਡਾ 'ਚ ਕਤਲ ਹੋ ਜਾਂਦਾ, ਉਹਦੀ ਮਾਂ ਇੱਥੇ ਹਬੱਕੇ ਨਾਲ ਮਰ ਜਾਂਦੀ ਹੈ। ਕਿਸ ਸ਼ਬਦ ਵਿੱਚ ਇਸ ਚਿੱਤਰ ਨੂੰ ਲਿਖੋਗੇ? ਦੱਸੋ ਨਾ ਜ਼ਰਾ। ਜ਼ਿੰਮੇਵਾਰ ਕਿਹਨੂੰ ਠਹਿਰਾਈਏ? ਹੁਣ ਵਾਲੇ ਵੀ ਚੁਟਕਲੇ ਸੁਣਾ ਕੇ ਸਾਰਦੇ ਆ, ਪਿਛਲੇ ਤੇ ਗੁਨਾਹਗਾਰ ਨੇ। ਚਲੋ, ਇਹ ਇਸ ਗੱਲ ਨਾਲ ਅੱਗੇ ਵੱਧਦੇ ਆ। ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਪ੍ਰੋਗਰਾਮ ਕਰਨਾ ਔਖਾ ਹੋ ਜੇ, ਪਰ ਮੈਂ 2-3 ਖਬਰਾਂ ਜਿਹੜੀਆਂ ਹੋਰ ਲੈਣੀਆਂ ਜ਼ਰੂਰੀ ਸਮਝੂਗਾ। ਅਸੀਂ ਕੱਲ ਮਨਪ੍ਰੀਤ ਬਾਦਲ ਨਾਲ ਸੰਬੰਧਿਤ ਗੱਲ ਕਰ ਰਹੇ ਸੀ। ਦੇਰ ਤੱਕ ਉਹ ਖਜ਼ਾਨਾ ਮੰਤਰੀ ਰਹੇ ਆ। ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਦੇ ਵਿੱਚ ਉਹ ਲੱਖ ਕਹਿ ਦੇਣ ਕਿ ਉਹ ਬਹੁਤ ਬਿਹਤਰ ਨੇ, ਹੋਰ ਪੋਲੀਟੀਸ਼ੀਅਨ ਵੀ, ਪਰ ਜਿਨ੍ਹਾਂ ਨੇ ਇੱਥੇ ਸਾਰੇ ਪ੍ਰਬੰਧ ਕਰਨੇ ਸੀ ਉਹ ਕਿਸੇ ਨਾ ਕਿਸੇ ਰੂਪ 'ਚ ਕਟਹਿਰਿਆਂ 'ਚ ਤਾਂ ਆਉਣਗੇ। ਕੱਲ ਅਸੀਂ ਉਹ ਜ਼ਿਕਰ ਕਰ ਰਹੇ ਸੀ ਤੇ ਭਾਸਕਰ ਸਾਹਿਬ ਦੀ ਜ਼ਿੰਮੇਵਾਰੀ ਲਾਈ ਸੀ, ਇਹਨਾਂ ਤੇ ਆਇਦ ਕੀਤੀ ਸੀ ਕਿ ਤੁਸੀਂ ਸਮਝੋ, ਮਨਪ੍ਰੀਤ ਜੀ ਨਾਲ ਗੱਲ ਕਰੋ, ਦਰਅਸਲ ਉਹ ਮਾਮਲਾ ਹੈ ਕੀ ਜਿਹੜਾ ਵਿਜੀਲੈਂਸ ਕੋ ਚੱਲ ਰਿਹਾ। ਤੁਸੀਂ ਸੰਬੰਧਿਤ ਅਧਿਕਾਰੀਆਂ ਨੂੰ ਨੌਕ ਕਰੋ ਤੇ ਉੱਥੇ ਉਸ ਬਠਿੰਡਾ ਏਰੀਏ ਦੇ ਜਿਹੜੇ ਮੋਹਤਬਰ ਜਾਂ ਜਿਹੜੇ ਸ਼ਿਕਾਇਤਕਰਤਾ ਜਾਂ ਬਾਕੀ ਸਾਰਿਆਂ ਨਾਲ ਗੱਲ ਕਰੋ। ਦਰਅਸਲ ਇਹ ਮਾਮਲਾ ਸਹੀ ਢੰਗ ਨਾਲ ਪੇਸ਼ ਕੀਤਾ ਜਾ ਸਕੇ। ਭਾਸਕਰ ਸਾਹਿਬ ਤੋਂ ਉਹ ਸਮਝਦੇ ਆ। ਮਾਮਲਾ ਇਹ ਵੀ ਹੈ ਕਿ ਸਰਕਾਰ ਕੱਲ ਪਾਲਿਸੀ ਲੈ ਕੇ ਆ ਰਹੀ ਸੀਗੀ। 2-3 ਮਾਮਲਿਆਂ 'ਚ ਉਹਨਾਂ ਨੇ ਖੇਡਾਂ ਦੀ ਗੱਲ ਕੀਤੀ ਆ, ਔਰ ਸਭ ਤੋਂ ਵੱਡੀ ਗੱਲ, ਰੇਤਾ ਬਜਰੀ ਸਸਤੀ ਮਿਲੂਗੀ। ਕਿੱਦਾਂ ਮਿਲੂਗੀ? ਇੰਦਰਪ੍ਰੀਤ ਜੀ ਤੋਂ ਸਮਝਦੇ ਆ। ਖੈਰ, ਮੈਂ ਜੇ ਕੋਈ ਹੋਰ ਮਾਮਲਾ, ਸਭ ਤੋਂ ਅਹਿਮ ਮਾਮਲਾ ਨੈਸ਼ਨਲ ਪੋਲਿਟਿਕਸ, ਕੌਮੀ ਰਾਜਨੀਤੀ ਦੇ ਵਿੱਚ ਕੀ ਸ਼ਰਦ ਪਵਾਰ ਨੀਤੀ ਪੱਖ ਤੋਂ ਸ਼ਿਫਟ ਲੈ ਰਿਹਾ? ਕੀ ਨਿਤੀਸ਼ ਕੁਮਾਰ ਉਦਾਸੀਨ ਹੋ ਗਿਆ? ਕੀ ਇੰਡੀਆ ਤੁਰਨ ਤੋਂ ਪਹਿਲਾਂ ਹੀ ਕਿਧਰੇ ਮੁਸ਼ਕਲ 'ਚ ਹੈ? ਜਿਹੜੀ ਬੰਬੇ 'ਚ ਪ੍ਰਸਤਾਵਿਤ ਮੀਟਿੰਗ ਹੈ, ਉਹਦੇ ਸਮੇਂ ਕਿਉਂ ਬਦਲੇ ਜਾ ਰਹੇ ਆ? ਔਰ ਸ਼ਰਦ ਪਵਾਰ ਦਾ ਮੋਦੀ ਪ੍ਰਧਾਨ ਮੰਤਰੀ ਦੇ ਸਨਮਾਨ ਮੌਕੇ ਹਾਜ਼ਰ ਰਹਿਣ ਨਾਲ ਦੂਜੀਆਂ ਪਾਰਟੀਆਂ ਨੂੰ ਤਕਲੀਫ ਕੀ? ਸਭ ਤੋਂ ਪਹਿਲਾਂ ਭਾਸਕਰ ਸਾਹਿਬ, ਗੱਲ ਕਰਨ ਵਾਲੀ ਨਹੀਂ ਪਰ ਕੀਤੇ ਬਿਨਾਂ ਗੁਜ਼ਾਰਾ ਨਹੀਂ ਕਿ ਜੇ ਇੱਕ ਬੱਚਾ, ਇੱਕ ਵਿਅਕਤੀ ਆਪਣੇ ਸੋਸ਼ਲ ਮੀਡੀਆ ਤੋਂ ਇਹ ਗੱਲ ਪੋਸਟ ਕਰਦਾ ਹੈ, ਵਾਇਰਲ ਹੋ ਜਾਂਦੀ ਹੈ ਕਿ ਅਸੀਂ ਕੁਝ ਦੋਸਤ ਨਿਕਲੇ ਸੀ, ਉਹ ਵੀ ਸਟੂਡੈਂਟ ਹੀ ਹੈ, ਉਹ ਬਾਹਰ ਨਿਕਲੇ ਸੀ, ਉੱਥੇ ਉਹਨਾਂ ਇੱਕ ਪੁਲ ਥੱਲੇ ਸਟੂਡੈਂਟ ਦੇਖਿਆ, ਇੱਕ ਵਿਅਕਤੀ ਦੇਖਿਆ ਤੇ ਉਹ ਇੰਡੀਅਨ ਹੈ, ਉਹ ਸਟੂਡੈਂਟ ਹੈ, ਉਹਦੇ ਕੋਲ ਖਾਣ ਲਈ ਕੁਝ ਜ਼ਿਆਦਾ ਨਹੀਂ ਹੈ, ਇੱਕ ਬੈਗ ਆ, ਇੱਕ ਕੰਬਲ ਹੈ। ਟੋਰਾਂਟੋ ਦੇ ਵਿੱਚ ਰਾਤਾਂ ਨੂੰ ਬਹੁਤ ਠੰਡਾ ਮੌਸਮ ਇਹਨਾਂ ਦਿਨਾਂ 'ਚ ਵੀ ਹੋ ਜਾਂਦਾ, ਜਾਣਦੇ ਨੇ ਸਾਰੇ। ਸੋ ਬੱਚੇ ਇਸ ਸਥਿਤੀ 'ਚ ਪਹੁੰਚ ਗਏ। ਜੇ ਨੌਕਰੀਆਂ ਦੇ ਰੌਲੇ ਤਾਂ ਬਹੁਤ ਪਹਿਲਾਂ ਦੇ ਨੇ, ਸ਼ੋਸ਼ਣ ਦੇ ਰੌਲੇ ਬਹੁਤ ਪਹਿਲਾਂ ਦੇ ਨੇ, ਇੱਕ ਕਤਲ ਹੋ ਜਾਂਦਾ, ਪਿੱਛੇ ਮਾਂ ਵੀ ਮਰ ਜਾਂਦੀ। ਇਹ ਸਾਰੇ ਮਾਮਲਿਆਂ ਨੂੰ ਹੁਣ ਕਿਵੇਂ ਅਸੀਂ ਅੱਗੇ ਵਧਾ ਸਕਦੇ ਹਾਂ? ਕਿਉਂਕਿ ਅਸੀਂ ਹੱਥੀਂ ਸਾਰਾ ਕੁਝ ਕੀਤਾ, ਹੱਥੀਂ ਸੇੜੀਆਂ ਮੁਸ਼ਕਲਾਂ ਨੇ। ਇਸ ਸਿਸਟਮ ਦੀ ਨਾਕਾਮੀ ਨੇ ਸਾਨੂੰ ਇਹਨਾਂ ਰਾਵਾਂ 'ਚ ਧੱਕਿਆ। ਜਿੱਥੇ ਤੱਕ ਕੈਨੇਡਾ ਦੇ ਵਿੱਚ ਸਟੂਡੈਂਟਸ ਦਾ ਹਾਲ ਹੈ, ਉਹ ਇੱਕ ਵਾਰ ਫੇਰ ਉਜਾਗਰ ਹੋਇਆ ਜਿਸ ਤਰੀਕੇ ਨਾਲ ਟੋਰਾਂਟੋ ਤੋਂ ਇੱਕ ਵੀਡੀਓ ਇੱਕ ਵਿਅਕਤੀ ਨੇ ਪਾਈ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਇੱਕ ਛਾਤਰ ਜਿਹੜਾ ਉੱਥੇ ਕਾਲਜ ਦੇ ਵਿੱਚ ਪੜ੍ਹਦਾ ਹੈ, ਉਹ ਕਿਸ ਤਰੀਕੇ ਨਾਲ ਪੁਲ ਦੇ ਥੱਲੇ ਆਪਣੀ ਰਾਤਾਂ ਬਿਤਾ ਰਿਹਾ। ਔਰ ਜਦ ਇਹਦੀ ਜਾਣਕਾਰੀ ਮਿਲੀ ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਉਸ ਸਟੂਡੈਂਟ ਨੇ ਆਪਣੇ ਬਾਰੇ ਦੱਸਿਆ ਕਿ 4 ਮਹੀਨੇ ਪਹਿਲੇ ਉਹ ਉੱਥੇ ਗਿਆ ਸੀਗਾ ਤੇ ਉਹਦੇ ਕੋਲ ਇਸ ਟਾਈਮ $1 ਵੀ ਨਹੀਂ ਹੈ,
ਜਿਹਦੇ ਰਾਹੀਂ ਉਹ ਆਪਣਾ ਗੁਜ਼ਾਰਾ ਕਰ ਸਕੇ। ਕਾਰਨ ਕਿ ਨੌਕਰੀਆਂ ਦਾ ਨਾ ਮਿਲਣਾ, ਇਹ ਅਕਸਰ ਬਹੁਤ ਸਾਰੀ ਵੀਡੀਓ ਦੇਖੀ ਹੈ, ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਵੀ ਹੁੰਦਾ ਹੈ ਕਿ ਉੱਥੇ ਬੱਚਿਆਂ ਨੂੰ ਅੱਜ ਕੱਲ੍ਹ ਨੌਕਰੀ ਨਹੀਂ ਮਿਲ ਰਹੀ। ਔਰ ਰਿਸੈਸ਼ਨ ਦੀ ਗੱਲ ਚੱਲਦੀ ਹੈ, ਕੈਨੇਡਾ ਦੇ ਵਿੱਚ ਰਿਸੈਸ਼ਨ ਹੈ, ਪਰ ਇਹ ਰਿਸੈਸ਼ਨ ਕਿਸੇ ਵਿਦਿਆਰਥੀ ਨੂੰ ਇੰਨਾ ਮਜਬੂਰ ਕਰ ਦੇਗਾ, ਕਿਸੇ ਸਟੂਡੈਂਟ ਨੂੰ ਇੰਨਾ ਮਜਬੂਰ ਕਰ ਦੇਗਾ ਕਿ ਉਹ ਪੁੱਲ ਥੱਲੇ ਰਾਤ ਗੁਜ਼ਾਰਨ ਦੇ ਵਾਸਤੇ ਮਜਬੂਰ ਹੋ ਜਾਏ। ਇਹ ਬੜੀ ਇੱਕ ਦਰਦਨਾਕ ਗੱਲ ਹੈਗੀ ਹੈ ਕਿ ਉਹ ਸਟੂਡੈਂਟ, ਜਿਸ ਸਟੂਡੈਂਟ ਨੇ ਇੱਕ ਫੋਨ ਮੰਗਿਆ, ਜਿਨ੍ਹਾਂ ਨੇ ਇਸ ਗੱਲ ਨੂੰ ਨੋਟਿਸ ਕੀਤਾ ਕਿ ਮੈਨੂੰ ਫੋਨ ਦੇ ਦਿਓ, ਮੈਂ ਆਪਣੇ ਘਰ ਗੱਲ ਕਰਨਾ ਚਾਹੁੰਦਾ। ਹਾਲਾਂਕਿ ਕਿਸੇ ਵੀ ਸਟੂਡੈਂਟ ਨੂੰ GIC ਦੇ $10,000 ਤੋਂ ਵੱਧ ਜਦ ਵੀ ਕੋਈ ਸਟੂਡੈਂਟ ਜਾਂਦਾ ਉਹ ਮਿਲਦੇ ਨੇ, ਔਰ $600 ਹਰ ਮਹੀਨੇ ਉਸ ਸਟੂਡੈਂਟ ਦੇ ਖਾਤੇ ਜਾਂਦੇ ਨੇ। ਇਸ ਸਟੂਡੈਂਟ ਨੇ ਜਿਹੜਾ ਪੁੱਲ ਥੱਲੇ ਰਹਿ ਰਿਹਾ ਸੀ, ਉਹਨੇ ਦੱਸਿਆ ਕਿ ਕਿਸ ਤਰੀਕੇ ਨਾਲ ਨੌਕਰੀ ਦੀ ਤਲਾਸ਼ ਦੇ ਵਿੱਚ ਉਹਨੇ ਇੱਕ ਡਰਾਈਵਿੰਗ ਲਾਇਸੈਂਸ ਅਪਲਾਈ ਕੀਤਾ। ਉਹਦੇ ਵਾਸਤੇ GIC ਦੀ ਸਾਰੇ ਪੈਸੇ ਖਰਚ ਹੋ ਗਏ, ਔਰ ਉਹਦੇ ਕੋਲ ਕਿਰਾਇਆ ਦੇਣ ਵਾਸਤੇ ਵੀ ਪੈਸੇ ਨਹੀਂ, ਖਾਣ ਦੀ ਤੇ ਗੱਲ ਦੂਰ, $1 ਵੀ ਉਹਦੇ ਕੋਲ ਨਹੀਂ ਹੈ। ਇਹ ਇੱਕ ਬੜੀ ਅਜੀਬ ਜਿਹੀ ਸਥਿਤੀ ਹੈ। ਔਰ ਦੂਜੇ ਪਾਸੇ ਉਸ ਕੱਲ ਹੀ ਇਹ ਖਬਰ ਨਿਕਲ ਕੇ ਆਈ ਕਿ ਜੁਲਾਈ 14 ਦੇ ਵਿੱਚ ਟੋਰੰਟੋ ਦੇ ਵਿੱਚ ਹੀ ਇੱਕ ਸਟੂਡੈਂਟ ਨਵਾਂ ਸ਼ਹਿਰ ਦੇ ਇੱਕ ਪਿੰਡ ਤੋਂ ਗਿਆ ਸੀਗਾ, ਔਰ ਉਹ ਪੀਜ਼ਾ ਡਿਲੀਵਰੀ ਕਰ ਰਿਹਾ ਸੀ ਕਾਰ ਦੇ ਵਿੱਚ, ਔਰ ਉਹਦਾ ਕਤਲ ਕਰ ਦਿੱਤਾ ਜਾਂਦਾ। ਔਰ ਉਸ ਕਤਲ ਦੀ ਖਬਰ ਜਦ ਉਹਦੇ ਘਰ ਆਉਂਦੀ ਹੈ ਤੇ ਉਹਦੀ ਮਾਂ, ਜਿਸ ਤੋਂ ਪਹਿਲੇ ਇਹ ਖਬਰ ਛੁਪਾਈ ਜਾਂਦੀ ਹੈ, ਉਹ ਕਿਸੇ ਤਰੀਕੇ ਨਾਲ ਇਸ ਖਬਰ ਨੂੰ ਜਦ ਉਹਨੂੰ ਪਤਾ ਲੱਗਦੀ ਹੈ ਤੇ ਉਹ ਖੁਦ ਵੀ ਸੁਸਾਈਡ ਕਰ ਲੈਂਦੀ ਹੈ। ਐਦਾਂ ਦੇ ਹਾਲਾਤਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜ ਰਹੇ ਹਾਂ। ਕੈਨੇਡਾ ਇਸ ਕਰਕੇ ਭੇਜ ਰਹੇ ਹਾਂ ਕਿ ਬੱਚਾ ਸੈੱਟ ਹੋ ਜਾਏ, ਔਰ ਸੈੱਟ ਹੋਣ ਦੀ ਬਜਾਏ ਬੱਚਾ ਉੱਥੇ ਇੱਕ ਫਾਈਨੈਂਸ਼ੀਅਲ, ਇੱਕ ਵਿਸ਼ੇਸ਼ ਸਰਕਲ ਜਿਹਨੂੰ ਕਹਿੰਦੇ, ਉੱਥੇ ਫਸ ਜਾਂਦਾ ਹੈ। ਕਾਰਨ ਕਿ 7 ਅਕਤੂਬਰ ਤੋਂ ਬਾਅਦ ਕੈਨੇਡਾ ਨੇ ਆਪਣੇ ਰੂਲ ਚੇਂਜ ਕੀਤੇ। ਉਸ ਤੋਂ ਪਹਿਲੇ 40 ਘੰਟੇ ਕੰਮ ਕਰਨਾ ਪਰ ਵੀਕ ਬੱਚਿਆਂ ਨੂੰ ਅਲਾਉ ਕਰਤਾ ਸੀਗਾ। ਉਸ ਤੋਂ ਬਾਅਦ 7 ਅਕਤੂਬਰ ਤੋਂ ਬਾਅਦ ਜਿਹੜੇ ਬੱਚੇ ਉੱਥੇ ਗਏ ਨੇ, ਉਹਨਾਂ ਨੂੰ ਸਿਰਫ ਇਹ 20 ਘੰਟੇ ਦੇ ਕੰਮ ਕਰਨ ਵਾਸਤੇ ਅਲਾਉਡ ਨੇ, ਔਰ ਉਹ ਵੀ ਤਦ ਜਦੋਂ ਉੱਥੇ ਕੰਮ ਮਿਲ ਹੀ ਨਹੀਂ ਰਿਹਾ। ਯਾਨੀ ਤੁਸੀਂ ਕੰਮ ਦੀ ਤਲਾਸ਼ ਕਿੱਦਾਂ ਕਰਨੀ ਹੈ, ਅਗਰ ਕਿਸੇ ਬੱਚੇ ਨੂੰ ਨਾ ਪਤਾ ਹੋਏ ਤੇ ਉੱਥੇ ਕੰਮ ਤਲਾਸ਼ ਕਰਨਾ ਬਹੁਤ ਔਖਾ ਹੈਗਾ। ਮੈਨੂੰ ਇਹ ਲੱਗਦਾ ਹੈ ਕਿ ਕੈਨੇਡੀਅਨ ਗਵਰਨਮੈਂਟ ਨੂੰ ਵੀ ਇਸ ਬਾਰੇ 'ਚ ਸੋਚਣਾ ਚਾਹੀਦਾ ਹੈ। ਕਾਰਨ ਕਿ ਬੱਚਿਆਂ ਦੀ ਐਦਾਂ ਦੀ ਹਾਲਤ, ਜੇ 20 ਘੰਟੇ ਉਹਨਾਂ ਨੂੰ ਕੰਮ ਮਿਲ ਵੀ ਜਾਂਦਾ ਤਾਂ ਵੀ ਮਸਾ ਉਹ ਆਪਣਾ ਖਰਚਾ ਕੱਢ ਸਕਦੇ ਨੇ। ਉਹ ਖਰਚਾ ਵੀ ਮਹੀਨੇ ਦਾ ਜਿਹੜਾ ਉਸ ਟਾਈਮ ਮਹਿੰਗਾਈ ਦੇ ਦੌਰ ਦੇ ਵਿੱਚ ਉੱਥੇ ਵਧਿਆ ਹੋਇਆ, ਉਹ ਵੀ ਪੂਰਾ ਨਹੀਂ ਹੁੰਦਾ। ਐਦਾਂ ਦੇ ਹਾਲਾਤ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਵਧੀਆ ਲਾਈਫ ਵਾਸਤੇ ਕੈਨੇਡਾ ਭੇਜ ਰਹੇ ਹਾਂ, ਔਰ ਕੈਨੇਡਾ ਜਾਣ ਤੋਂ ਬਾਅਦ ਉਹ ਪੈਸੇ ਕਮਾਉਣ ਦੀ ਦੌੜ ਤੇ ਪੈਸੇ ਖਰਚਣ ਦੀ ਦੌੜ ਦੇ ਵਿੱਚ ਹੀ ਸੀਮਿਤ ਰਹਿ ਜਾਂਦਾ ਹੈ। ਉਹ ਬਚਾਉਣ ਦੀ ਗੱਲ ਤੇ ਛੱਡੋ, ਕਿਉਂਕਿ ਕਈ ਪਿੰਡਾਂ ਦੇ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਆਪਣੀ ਜ਼ਮੀਨਾਂ ਵੇਚ ਕੇ ਆਪਣੇ ਬੱਚੇ ਬਾਹਰ ਭੇਜੇ ਹੁੰਦੇ ਨੇ, ਔਰ ਕਈਆਂ ਨੇ ਲੋਨ ਲੈ ਕੇ ਭੇਜੇ ਹੁੰਦੇ ਨੇ, ਔਰ ਉਸ ਲੋਨ ਦੀ ਵਾਪਸੀ ਦੀ ਤਾਂ ਗੱਲ ਦੂਰ ਦੀ। ਉਹ ਬੱਚਾ ਜਦ ਆਪਣਾ ਵੀ ਗੁਜ਼ਾਰਾ ਉੱਥੇ ਨਹੀਂ ਕਰ ਪਾ ਰਿਹਾ ਇਸ ਮਹਿੰਗਾਈ ਦੇ ਦੌਰ ਦੇ ਵਿੱਚ, ਤੇ ਐਦਾਂ ਦੇ ਹਾਲਾਤ ਦੇ ਵਿੱਚ ਉਹਨਾਂ ਬੱਚਿਆਂ ਦਾ ਹੋਏਗਾ ਕਿ ਉਹ ਪੁੱਲ ਥੱਲੇ ਜਿਹੜਾ ਬੱਚਾ ਹੈ, ਉਹ ਆਪਣੇ ਆਪ ਵਿੱਚ ਪੂਰੀ ਇੱਕ ਤਸਵੀਰ ਹੈ। ਉਸ ਤਸਵੀਰ ਨੂੰ ਤੁਸੀਂ ਤਸਵੀਰ ਦੇ ਤੌਰ ਤੇ ਵੀ ਦੇਖੋ ਕਿ ਜੇ ਤੁਸੀਂ ਬੱਚੇ ਨੂੰ ਬਾਹਰ ਭੇਜ ਰਹੇ ਹੋ ਔਰ ਉੱਥੇ ਜਾ ਕੇ ਉਹ ਮਜਬੂਰ ਹੋ ਰਿਹਾ ਪੁੱਲ ਥੱਲੇ ਰਹਿਣ ਵਾਸਤੇ, ਇਹ ਕਿੰਨੀ ਮੰਦਭਾਗੀ ਗੱਲ ਹੈਗੀ ਹੈ ਸਾਡੇ ਵਾਸਤੇ ਵੀ, ਔਰ ਉੱਥੇ ਦੀ ਅਥਾਰਟੀ ਵਾਸਤੇ ਵੀ, ਔਰ ਉੱਥੇ ਗਏ ਬੱਚਿਆਂ ਵਾਸਤੇ ਵੀ। ਤੁਸੀਂ ਕਹੋਗੇ ਕਿ ਇੱਕ ਵਿਅਕਤੀ, ਇੱਕ ਬੱਚੇ ਦੀ ਇਸ ਸਥਿਤੀ ਨੂੰ ਲੈ ਕੇ ਤੁਸੀਂ ਪੂਰੇ ਸਿਸਟਮ ਨੂੰ ਕਟਹਿਰੇ 'ਚ ਖੜਾ ਨਹੀਂ ਕਰ ਸਕਦੇ। ਤੁਸੀਂ ਇਹ ਵੀ ਕਹੋਗੇ ਕਿ ਸੁਰੱਖਿਅਤ ਕਿੱਥੇ ਆ, ਕੋਈ ਸੁਰੱਖਿਅਤ ਕਿਤੇ ਵੀ ਨਹੀਂ ਆ। ਅੱਜ ਨੋ ਡਾਊਟ ਕਿ ਅਮਰੀਕਾ ਦੇ ਵਿੱਚ ਵੀ ਫਾਇਰਿੰਗ ਦੀ ਬਹੁਤ ਜ਼ਿਆਦਾ ਵਾਰਦਾਤ ਹੁੰਦੀ, ਬੜੀਆਂ ਘਟਨਾਵਾਂ ਵਾਪਰਦੀਆਂ। ਕੈਨੇਡਾ ਦੇ ਵਿੱਚ ਬਹੁਤ ਮਹਿੰਗਾਈ ਵੱਧ ਗਈ ਆ। ਰਿਸੈਸ਼ਨ ਦੇ, ਮੰਦੀ ਦੇ ਦੌਰ ਦੇ ਵਿੱਚ ਅਮਰੀਕਾ ਦਾ ਅਸਰ ਕੈਨੇਡਾ ਤੇ ਪਿਆ, ਪਰ ਅਮਰੀਕਾ 'ਚ ਅਜੇ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਠੀਕ ਰੇਟ ਤੇ ਨੇ, ਕੰਟਰੋਲ ਰੇਟ ਤੇ ਨੇ, ਉੱਥੇ ਸਿਸਟਮ ਬਿਹਤਰ ਕੰਮ ਕਰ ਰਿਹਾ। ਕੈਨੇਡਾ ਦੇ ਵਿੱਚ ਮਹਿੰਗਾਈ ਬਹੁਤ ਵੱਧ ਚੁੱਕੀ ਆ। ਜੇ ਇਹਨੂੰ ਗੁਣਾ ਕਰਕੇ ਦੇਖਣਾ ਹੋਵੇ ਤਾਂ ਤੁਸੀਂ ਅੰਕੜੇ ਬੜੇ ਸ਼ੌਕਿੰਗ ਹੈਗੇ ਆ, ਗਰੋਸਰੀ ਤੋਂ ਲੈ ਕੇ ਬਾਕੀ ਚੀਜ਼ਾਂ। ਬਹੁਤ ਸਾਰੇ ਲੋਕ ਆਪਣੀ ਕਹਾਣੀ ਦੱਸਦੇ ਉੱਥੋਂ। ਸਵਾਲ ਇਸ ਤੋਂ ਜ਼ਿਆਦਾ ਅੱਗੇ ਵੱਡਾ ਹੈ। ਸਵਾਲ ਇਹ ਵੱਡਾ ਹੈ ਕਿ ਕਿੰਨੀ ਤਰ੍ਹਾਂ ਦੇ ਸ਼ੋਸ਼ਣ ਹੋ ਰਹੇ ਆ। ਫਿਰ ਬੱਚੇ ਆਪਸ ਵਿੱਚ, ਕਿਉਂਕਿ ਉਹ ਪਿੱਛੇ ਦੱਸ ਨਹੀਂ ਪਾਉਂਦੇ, ਬਹੁਤੇ ਬੱਚਿਆਂ ਨੂੰ ਪਤਾ ਹੈ ਕਿ ਮਾਪਿਆਂ ਨੇ ਕਿਵੇਂ ਭੇਜਿਆ, ਪਿੱਛੇ ਆਰਥਿਕ ਹਾਲਾਤ ਕਿਹੋ ਜਿਹੇ ਆ। ਇੰਦਰਪ੍ਰੀਤ ਜੀ, ਕੁੱਲ ਮਿਲਾ ਕੇ ਸਿਚੁਏਸ਼ਨ ਇਹ ਆ ਕਿ +2 ਵਾਲੇ ਬੱਚੇ ਨੇ ਕਿੰਨੀ ਕੁ ਹੋਸ਼ ਸੰਭਾਲੀ ਹੁੰਦੀ ਹੈ। ਮਤਲਬ ਅਸੀਂ ਬੜੇ ਹੀ ਕਾਲੇ ਆ, ਬਹੁਤ ਕਾਲੇ ਆ, ਅਸੀਂ ਬੱਚੇ ਨੂੰ ਸੁੱਟਣਾ ਹੈ। ਸੁੱਟਣਾ ਕਿੱਥੇ? ਸਮੁੰਦਰ 'ਚ। ਸਮੁੰਦਰ ਦੇ ਵਿੱਚ ਉਹਨੂੰ ਕੋਈ ਆਪਾਂ ਸੇਫਗਾਰਡ ਨਹੀਂ ਦਿੱਤਾ, ਉੱਥੇ ਉਹਨੇ ਆਪ ਹੀ ਲੜਨਾ ਹੈ। ਮਤਲਬ ਉਹਨੇ ਆਪਣੀ ਪਹਿਲੀ ਫੀਸ ਤੋਂ ਬਾਅਦ ਬਾਕੀ ਫੀਸ ਵੀ ਆਪ ਕੱਢਣੀ ਆ। ਅੱਜ ਦੇ ਦਿਨ ਦੇ ਵਿੱਚ ਸਭ ਤੋਂ ਵੱਡਾ ਇਲਜ਼ਾਮ ਜੇ ਕਿਸੇ ਤੇ ਆ ਰਿਹਾ ਕਿ ਅਸੀਂ ਬੱਚੇ ਲੇਬਰ ਕਲਾਸ ਬਣਾ ਰਹੇ ਹਾਂ, ਅਸੀਂ ਬੱਚੇ ਲੇਬਰ ਵੱਲ ਧੱਕ ਰਹੇ ਹਾਂ। ਇੱਥੇ ਤਾਂ ਵੀ ਕੋਈ ਗ੍ਰੈਜੂਏਸ਼ਨ ਕਰਦਾ ਸੀ, ਪੋਸਟ ਗ੍ਰੈਜੂਏਸ਼ਨ ਕਰਦਾ ਸੀ, ਰਿਸਰਚ ਕਰਦਾ ਸੀ, ਸਾਰੀਆਂ ਗੱਲਾਂ ਸੀ। ਗ੍ਰੈਜੂਏਸ਼ਨ ਤੋਂ ਬਾਅਦ ਬੱਚਾ ਮੈਚਿਓਰ ਹੋ ਕੇ ਜਦੋਂ ਬਾਹਰ ਤੁਰਦਾ ਸੀ, ਉਹਨੂੰ ਪਤਾ ਸੀ ਕਿ ਮੈਂ ਆਪਣੀ ਜ਼ਿੰਦਗੀ ਦੇ ਫੇਜ਼ਸ ਡਿਜ਼ਾਈਨ ਕਰਨੇ ਆ, 5 ਸਾਲ ਲਈ, 10 ਸਾਲ ਲਈ, 20 ਸਾਲ ਲਈ। ਸੋ ਮੈਂ ਇਹ ਸਾਰੀ ਤਸਵੀਰ ਤੁਹਾਡੇ ਕੋਲ ਵੀ ਸਮਝਣਾ ਚਾਹੂੰਗਾ।
ਰੰਧਾਵਾ ਸਾਹਿਬ ਦੇਖੋ, ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਅਸੀਂ ਪਹਿਲਾਂ ਬੱਚਿਆਂ ਨੂੰ ਭੇਜਦੇ ਸੀ ਉਹ ਸਾਰੇ ਗ੍ਰੈਜੂਏਟ ਹੋ ਕੇ ਜਾਂਦੇ ਸੀ ਤੇ ਉੱਥੇ ਕੋਈ ਨਾ ਕੋਈ ਆਫਿਸ ਜੌਬ ਮਤਲਬ ਉਹਨਾਂ ਨੂੰ ਮਿਲਦੀ ਰਹੀ ਹੈ ਤੇ ਉਹ ਆਪਣਾ ਘਰ ਗੁਜ਼ਾਰਾ ਕਰਦੇ ਰਹੇ ਆ, ਠੀਕ ਠਾਕ ਮਤਲਬ ਕੰਮ ਚੱਲਦਾ ਰਿਹਾ। ਇਹ ਨਹੀਂ ਹੈ ਕਿ ਪੰਜਾਬ ਤੋਂ ਹੀ ਜਾਂਦੇ ਆ ਬੱਚੇ, ਬਾਹਰ ਬਹੁਤ ਸਾਰੀਆਂ ਸਟੇਟਾਂ ਤੋਂ ਜਾਂਦੇ ਆ, ਬਹੁਤ ਦੇਸ਼ਾਂ ਤੋਂ ਜਾਂਦੇ ਆ, ਹੋਰ ਵੀ ਕੰਟਰੀਆਂ ਤੋਂ ਜਾਂਦੇ ਆ। ਸਾਰੇ ਹੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇਹੀ ਇਹਨਾਂ ਦੇ ਮੁਲਕ ਨੇ ਖਾਸ ਤੌਰ 'ਤੇ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਮਤਲਬ ਇਸ ਟਾਈਮ ਪਲਾਇਨ ਹੋ ਰਿਹਾ, ਜਿਨ੍ਹਾਂ ਮੁਲਕਾਂ ਵੱਲ ਪਲਾਇਨ ਹੋ ਰਿਹਾ। ਸੋ ਇੱਕ ਜਿਹੜੀ ਤੁਸੀਂ ਗੱਲ ਇਹਦੇ ਵਿੱਚ ਇਹ ਜਿਹੜੀ ਗੱਲ ਕੀਤੀ ਹੈ ਭਾਸਕਰ ਸਾਹਿਬ ਨੇ ਕਿ ਉੱਥੇ ਬੱਚਾ ਮਰ ਗਿਆ ਤੇ ਉਸ ਤੋਂ ਬਾਅਦ ਉਹਦੀ ਮਾਂ ਵੀ ਨੇ ਵੀ ਸੁਸਾਈਡ ਕਰ ਲਿਆ। ਪਹਿਲਾਂ ਹਾਲਾਂਕਿ ਆ ਰਿਹਾ ਸੀ ਵੀ ਉਹਨੂੰ ਹਾਰਟ ਅਟੈਕ ਹੋ ਗਿਆ ਗੱਲ ਸੁਣ ਕੇ, ਪਰ ਉਹਨੇ ਸੁਸਾਈਡ ਕਰ ਲਿਆ। ਇਹ ਨਵੀਂ ਗੱਲ ਆਈ ਹੈ। ਅਸੀਂ ਕਿੰਨੇ ਮਤਲਬ ਕਮਜ਼ੋਰ ਹੁੰਦੇ ਜਾ ਰਹੇ ਹਾਂ। ਮਤਲਬ ਮੈਂ ਇਹ ਕਹਿ ਰਿਹਾ ਕਿ ਮੋਹ ਇੰਨਾ ਹੁੰਦਾ ਬੱਚਿਆਂ ਨਾਲ ਕਿ ਉਹ ਜਿਹੜੇ ਬੱਚੇ ਬਾਹਰ ਜਾਂਦੇ ਆ, ਮੈਂ ਇੱਥੇ ਵੀ ਦੇਖਦਾ ਇਕੱਲੀ ਗੱਲ ਉੱਥੇ ਦੀ ਨਹੀਂ ਹੈ, ਇੱਥੇ ਵੀ ਉਹ ਨਹੀਂ ਹੈ, ਕਿਉਂਕਿ ਸਾਡੇ ਸਭ ਕੋਲੇ ਹੁਣ ਇੱਕ ਇੱਕ ਦੋ ਦੋ ਬੱਚੇ ਆ। ਜਿਹੜੇ ਬਾਹਰ ਚਲੇ ਜਾਂਦੇ ਆ ਉਹਨਾਂ ਦੇ ਮਾਪਿਆਂ ਦੀ ਤੁਸੀਂ ਇੱਥੇ ਹਾਲਤ ਦੇਖੋ, ਕਿੰਨੀ ਡਿਪਰੈਸ਼ਨ 'ਚ ਜੀ ਰਹੇ ਆ। ਤੁਸੀਂ ਜਿਹੜੇ ਮਰਜ਼ੀ ਘਰ ਦੇ ਵਿੱਚ ਚਲੇ ਜਾਓ, ਜਿਨ੍ਹਾਂ ਦੇ ਬੱਚੇ ਬਾਹਰ ਗਏ ਹੋਏ ਆ ਉਹਨਾਂ ਦੇ ਮਾਪਿਓ ਜਿਹੜੇ ਹੈਗੇ ਉਹ ਕਿੰਨੇ ਡਿਪਰੈਸ਼ਨ 'ਚ ਹੈ। ਇਹ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਕੇ ਪਤਾ ਲੱਗੂਗੀ। ਦੂਸਰੀ ਗੱਲ ਇਹ ਕਿ ਜਿਹੜੇ ਉੱਥੇ ਬੱਚੇ ਗਏ ਆ, ਮੈਂ ਉਹਨਾਂ ਦੀ ਵੀ ਗੱਲ ਕਰਨਾ ਚਾਹੁੰਦਾ। ਜਿਹੜੇ ਉੱਥੇ ਬੱਚੇ ਗਏ, ਉਹ ਤੁਸੀਂ ਉਹਦੀ ਗੱਲ ਦੀ ਉਦਾਹਰਨ ਦੇ ਰਹੇ ਸੀ ਵੀ ਇੱਕ ਥੱਲੇ ਬੈਠਾ ਹੈ ਬੱਚਾ ਪੁਲ ਦੇ ਥੱਲੇ, ਇਹ ਕੋਈ ਨਵੀਂ ਗੱਲ ਨਹੀਂ। ਉੱਥੇ ਮੈਨੂੰ ਪਿੱਛੇ ਜੇ ਸਾਡੇ ਫਰੈਂਡ ਦੀ ਸਿਸਟਰ ਉੱਥੋਂ ਕੈਨੇਡਾ ਤੋਂ ਆਈ ਹੈ, ਜਿਹੜੀ ਉੱਥੇ ਇੱਕ ਵੱਡੀ ਕੰਪਨੀ 'ਚ HR ਮੈਨੇਜਰ ਹੈ। ਉਹ ਕਹਿੰਦੀ ਹੈ ਕਿ ਹਰ ਰੋਜ਼ ਮੈਨੂੰ ਜਿਹੜਾ ਹੈਗਾ ਉਹ ਇੱਕ ਲੈਟਰ ਕਿਸੇ ਨਾ ਕਿਸੇ ਬੱਚੇ ਨੂੰ ਜਾਂ ਕਿਸੇ ਕਰਮਚਾਰੀ ਨੂੰ ਦੇਣਾ ਪੈ ਰਿਹਾ ਕਿ ਕੱਲ੍ਹ ਤੋਂ ਉਹਨਾਂ ਦੀਆਂ ਸੇਵਾਵਾਂ ਦੀ ਲੋੜ ਨਹੀਂ ਹੈ। ਕਹਿੰਦੀ ਇਹ ਇੰਨਾ ਨਕਾਰਾਤਮਕ ਕੰਮ ਹੈ ਜਿਹੜਾ ਮੈਨੂੰ ਦੇਖ ਕੇ ਮੇਰਾ ਸਾਰਾ ਦਿਨ ਹੀ ਇੰਨਾ ਦੁਖੀ ਰਹਿੰਦਾ ਹੈ ਕਿ ਮੈਂ ਉਹਨੂੰ ਹੈਂਡਓਵਰ ਕੀਤਾ। ਇਹ ਤਾਂ ਉਸ ਕੰਪਨੀ ਦੀ ਗੱਲ ਹੈ ਜਿਹੜੀ ਬਹੁਤ ਬੜੀ ਹੈ, ਜਿੱਥੇ ਬਹੁਤ ਪੜ੍ਹੇ ਲਿਖੇ ਲੋਕ ਕੰਮ ਕਰ ਰਹੇ ਆ। ਤਾਂ ਉਹਨੇ ਦੱਸਿਆ ਕਿ ਉਹਨੇ ਆਪਣਾ ਘਰ ਵੀ ਬੇਸਮੈਂਟ ਇੱਕ ਕਿਰਾਏ ਤੇ ਦਿੱਤੀ ਹੋਈ ਹੈ, ਜਿੱਥੇ 10-12 ਬੱਚੇ ਉੱਤੇ ਰਹਿੰਦੇ ਆ। ਤੇ ਉਹਨਾਂ ਦਾ ਖਾਣਾ ਕੀ ਹੈ, ਉਹ ਸਵੇਰੇ ਉੱਠਦੇ ਆ, ਬਾਹਰ ਜਾਂਦੇ ਆ, ਬਾਹਰ ਸਮੋਸੇ ਬ੍ਰੈਡ, 2 ਬ੍ਰੈਡਾਂ ਲਿੱਤੀਆਂ, 1 ਸਮੋਸਾ ਲਿੱਤਾ, ਦੁਪਹਿਰੇ ਫਿਰ 2 ਬ੍ਰੈਡਾਂ ਲਿੱਤੀਆਂ, 1 ਸਮੋਸਾ ਲਿੱਤਾ, ਰਾਤੀ ਫਿਰ 2 ਬ੍ਰੈਡਾਂ ਲਿੱਤੀਆਂ, 1 ਸਮੋਸਾ ਲਿੱਤਾ। ਇਹੀ ਉਹਨਾਂ ਦਾ ਖਾਣਾ ਹੈ। ਤੁਸੀਂ ਦੇਖੋ ਵੀ ਇਹ ਖਾਣਾ ਖਾ ਕੇ ਅੱਜ ਨਹੀਂ ਤਾਂ ਕੱਲ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੇ ਬਣਾ ਲਾਂਗੇ। ਇਹ ਵੱਡਾ ਸਵਾਲ ਵੀ ਹੈਗਾ। ਹੁਣ ਇਹ ਹੈ ਕਿ ਪ੍ਰਵਾਸ ਕਿਉਂ ਹੋ ਰਿਹਾ, ਕਿਉਂ ਇੰਨੀ ਤਾਦਾਦ ਦੇ ਵਿੱਚ ਜਾ ਰਹੀ ਹੈ ਦੁਨੀਆ। ਦੇਖਾ ਦੇਖੀ ਵੀ ਮੈਨੂੰ ਲੱਗਦਾ ਕਿ ਜ਼ਿਆਦਾ। ਤੁਸੀਂ ਠੀਕ ਹੈ ਜੀ, ਜੇ ਕੋਈ ਬੰਦਾ ਗ੍ਰੈਜੂਏਟ ਹੋ ਕੇ ਜਾਂਦਾ ਤਾਂ ਐਟਲੀਸਟ ਉਹਨੂੰ ਇੱਕ ਸਮਝ ਆ ਜਾਂਦੀ ਹੈ ਯਾਰ ਵੀ ਉਹਨੇ ਕੀ ਕਰਨਾ ਹੈ। ਲੇਕਿਨ +2 ਦਾ ਬੱਚਾ ਬਹੁਤ ਛੋਟਾ ਹੁੰਦਾ, ਉਹਨੂੰ ਹਜੇ ਸਮਝ ਹੀ ਨਹੀਂ ਹੁੰਦੀ। ਬਹੁਤ ਜ਼ਿਆਦਾ ਪ੍ਰਤਪ੍ਰਸ਼ਟ ਵੀ ਹੋ ਰਿਹਾ ਉੱਥੇ, ਬਹੁਤ ਡਰੱਗਸ ਕੇਸਿਸ ਦੇਖਣੇ, ਤੁਸੀਂ ਡਰੱਗਸ ਦੇ ਮਾਮਲੇ 'ਚ ਵੀ ਜਾ ਰਹੇ ਨੇ। ਜਿਹੜੀਆਂ ਲੜਕੀਆਂ ਨੇ ਉਹ ਮੈਂ ਹੁਣ ਵੀਡੀਓਜ਼ ਦੇਖ ਰਿਹਾ, ਲੜਕੀਆਂ ਜਿਨਸੀ ਸ਼ੋਸ਼ਣ ਦੇ ਵਿੱਚ ਵੀ ਜਾ ਰਹੀਆਂ ਨੇ। ਇਹ ਚੀਜ਼ਾਂ ਵੀ ਜੇ ਤਾਂ ਸਾਰੇ ਕੰਮ ਇਹੀ ਕਰਨੇ ਸੀ ਉੱਥੇ ਜਾ ਕੇ, ਤਾਂ ਫਿਰ ਸਾਡਾ ਮੁਲਕ ਇੰਨਾ ਕੋਈ ਮਾੜਾ ਨਹੀਂ ਸੀ। ਮੈਨੂੰ ਲੱਗਦਾ ਇੱਥੇ ਫਿਰ ਵੀ ਸਾਡੇ ਕੋਲ ਕੰਮ ਕਾਜ ਉਹਦੇ ਨਾਲੋਂ ਕਿਤੇ ਜ਼ਿਆਦਾ ਬਿਹਤਰ ਕੰਮ ਇੱਥੇ ਸਾਡੇ ਕੋਲ ਆਲਰੇਡੀ ਹੈ। ਸਾਡੇ ਖਾਸ ਤੌਰ ਤੇ ਕਿਸਾਨੀ ਵਰਗ ਕੋਲੇ ਤਾਂ ਆਲਰੇਡੀ ਹੈ, ਜਿਨ੍ਹਾਂ ਕੋਲ ਜ਼ਮੀਨਾਂ ਹੈਗੀਆਂ ਨੇ, ਉਹ ਘੱਟੋ ਘੱਟ ਆਪਣੀ ਇੱਕ ਸਨਮਾਨ ਦੀ ਰੋਟੀ ਤਾਂ ਇੱਥੇ ਖਾ ਸਕਦੇ ਆ। ਜਿਹੜੀ ਉੱਥੇ ਮਤਲਬ ਜਿਹੜੀ ਉਹ ਉੱਥੇ ਜਿਹੜੀ ਜਿਸ ਕਿਸਮ ਦੀ ਹਾਲਾਤ ਹੋ ਗਏ ਹੈ, ਉਹ ਮੈਨੂੰ ਲੱਗਦਾ ਕਿ ਉਹ ਇਹਦੇ ਨਾਲੋਂ ਤਾਂ ਕਿਤੇ ਬੈਟਰ ਨੇ ਜਿਹੜੇ ਉੱਥੇ ਬੱਚੇ ਜਾ ਰਹੇ। ਮੈਨੂੰ ਲੱਗਦਾ ਕਿ ਇਹ ਥੋੜੀ ਜਿਹੀ ਸਰਕਾਰਾਂ ਨੂੰ ਵੀ ਇਸ ਪਾਸੇ ਨੂੰ ਹੁਣ ਸੋਚਣਾ ਪਏਗਾ। ਪਰ ਅਸੀਂ ਇਹ ਸੋਚਣ ਦੀ ਬਜਾਏ ਮਤਲਬ ਸਾਡੀਆਂ ਸਰਕਾਰਾਂ ਦਾ ਕੀ ਕੰਮ ਵੀ ਅਸੀਂ ਬਾਹਰ ਭੇਜਾਂਗੇ। ਮਤਲਬ ਅਸੀਂ ਇਸ ਗੱਲ ਤੇ ਉੱਤੇ ਕੰਮ ਕਰ ਰਹੇ ਹਾਂ। ਕਿਸੇ ਥਾਂ ਵਕਤ ਅਸੀਂ ਇਹ ਕੀਤਾ ਸੀ ਵੀ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ, ਬੱਚਿਆਂ ਨੂੰ ਇੱਥੇ ਹੀ ਰੋਜ਼ਗਾਰ ਡਿਵੈਲਪ ਕਰਕੇ ਦੇਵਾਂਗੇ। ਪਰ ਉਹ ਕਰਨ ਦੀ ਬਜਾਏ ਹੁਣ ਅਸੀਂ ਇਸ ਗੱਲ ਤੇ ਆ ਗਏ ਕਿ ਨਹੀਂ, ਅਸੀਂ ਸਹੀ ਤਰੀਕੇ ਨਾਲ ਕਿਵੇਂ ਬਾਹਰ ਜਾਇਆ ਜਾ ਸਕਦਾ, ਉਹ ਅਸੀਂ ਜਿਹੜੇ ਆਪਣੇ ਸਟੂਡੈਂਟ ਨੂੰ ਪ੍ਰੋਵਾਈਡ ਸਰਕਾਰ ਕਰੇਗੀ। ਦੇਖੋ ਇਹਦੇ ਤੇ ਕਿੰਨਾ ਫਰਕ ਹੈ। ਇਹਦਾ ਮਤਲਬ ਅਸੀਂ ਜਾਣ ਕੇ ਉਹਨਾਂ ਨੂੰ ਭੇਜ ਰਹੇ ਹਾਂ, ਇਸ ਗੱਲ ਤੋਂ ਅਸਫਲ ਹੋ ਗਏ ਹਾਂ ਵੀ ਅਸੀਂ ਆਪਣੇ ਬੱਚੇ ਨੂੰ ਇੱਥੇ ਕਿਵੇਂ ਰੋਕ ਲਈਏ, ਕਿਵੇਂ ਉਹਨਾਂ ਦਾ ਐਜੂਕੇਸ਼ਨ ਦਾ ਉਹ ਠੀਕ ਕਰ ਲਈਏ। ਤਾਂ ਤੁਹਾਨੂੰ ਮੈਂ ਇੱਕ ਵਾਰ ਸ਼ਾਇਦ ਪਹਿਲਾਂ ਵੀ ਇਸੇ ਪ੍ਰੋਗਰਾਮ 'ਚ ਦੱਸਿਆ ਸੀ, ਮੇਰੀ ਇੱਕ ਵਾਰੀ ਇਹਨਾਂ ਨਾਲ ਜਿਹੜੇ ਟੈਕਨੀਕਲ ਕਾਲਜਿਸ ਦੀ ਅਥਾਰਟੀ ਬਣੀ ਹੋਈ ਆ ਉਹਨਾਂ ਨਾਲ ਮੇਰੀ ਇੱਕ ਵਾਰੀ ਬੜੀ ਲੰਬੀ ਗੱਲ ਹੋਈ ਸੀ, ਉਹਨਾਂ ਦੇ ਵਾਈਸ ਚੇਅਰਮੈਨ ਨਾਲ। ਤਾਂ ਉਹਨਾਂ ਨੇ ਸਟੇਜ ਤੇ ਕਿਹਾ ਸੀ, ਸਾਰੇ ਇੰਜੀਨੀਅਰਿੰਗ ਕਾਲਜ ਉਹਨਾਂ ਨੇ ਇੱਥੇ ਬੁਲਾਏ ਹੋਏ ਸੀਗੇ, ਉਹਨਾਂ ਦੇ ਵੱਡੇ ਵੱਡੇ ਜਿਹੜੇ ਪ੍ਰਬੰਧਕ ਨੇ, ਉਹਨਾਂ ਨੇ ਕਿਹਾ ਕਿ ਸਾਡੀ ਐਜੂਕੇਸ਼ਨ ਕੀ ਇੰਨੀ ਕੁ ਮਾੜੀ ਹੋ ਗਈ ਹੈ ਕਿ ਅਸੀਂ ਸਾਡੇ ਬੱਚੇ ਇੱਥੇ ਰੋਕ ਹੀ ਨਹੀਂ ਪਾ ਰਹੇ। ਅਸੀਂ ਇੱਥੇ ਉਹਨਾਂ ਜਿਹੜੇ ਟ੍ਰੇਨਡ ਕਰ ਰਹੇ ਹਾਂ ਉਹਨਾਂ ਨੂੰ ਨੌਕਰੀ ਨਹੀਂ ਦੇ ਪਾ ਰਹੇ। ਜੇ ਇਦਾਂ ਦਾ ਹਾਲਤ ਹੈ, ਸਾਨੂੰ ਪਹਿਲਾਂ ਆਪਣੀ ਐਜੂਕੇਸ਼ਨ ਪਾਲਿਸੀ ਦੇ ਉੱਤੇ ਪੁਨਰ ਵਿਚਾਰ ਕਰਨਾ ਪੈਣਾ ਹੈ। ਤਾਂ ਦੇਖੋ ਇਹ ਲੰਬੇ ਲੌਂਗ ਟਰਮ ਉਹਦੀਆਂ ਹੈਗੀਆਂ ਨੇ। ਮੈਨੂੰ ਲੱਗਦਾ ਕਿ ਉਸ ਤੇ ਤਾਂ ਅਸੀਂ ਚਲੋ ਟਾਈਮ ਟੂ ਟਾਈਮ ਅਸੀਂ ਚਰਚਾ ਕਰਦੇ ਰਹਿੰਦੇ ਹਾਂ, ਹਰ ਪ੍ਰੋਗਰਾਮ 'ਚ ਵੀ ਕਰਦੇ ਹਾਂ। ਬਟ
ਸਥਿਤੀਆਂ ਜਿਹੜੀਆਂ ਨੇ ਮੈਨੂੰ ਲੱਗਦਾ ਕਿ ਹੁਣ ਵਸੋਂ ਬਾਹਰ ਹੁੰਦੀਆਂ ਜਾ ਰਹੀਆਂ ਨੇ। ਬੱਚਿਆਂ ਦਾ ਮਾਪਿਆਂ ਦੇ ਉੱਤੇ ਇੰਨਾ ਪ੍ਰੈਸ਼ਰ ਹੈ ਕਿ ਉਹ ਕੁਝ ਵੀ ਕਰਕੇ ਬਾਹਰ ਜਾਣਾ ਚਾਹੁੰਦੇ ਆ, ਚਾਹੇ ਉਹ ਜ਼ਮੀਨ ਵੇਚ ਕੇ ਬਾਹਰ ਜਾਓ, ਚਾਹੇ ਕਰਜ਼ੇ ਲੈ ਕੇ ਬਾਹਰ ਜਾਓ, ਘਰਾਂ ਨੂੰ ਗਹਿਣੇ ਕਰਕੇ ਬਾਹਰ ਜਾਓ। ਸੋ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਹੈਗੇ ਆ ਉਹ ਸਾਨੂੰ ਕਿਸ ਦਿਸ਼ਾ 'ਚ ਲੈ ਕੇ ਜਾਣਗੇ, ਮੈਨੂੰ ਇਹ ਸੋਚ ਕੇ ਵੀ ਜਿਹੜਾ ਹੈਗਾ ਉਹ ਬਹੁਤ ਕਈ ਵਾਰ ਚਿੰਤਾ ਹੁੰਦੀ ਹੈ। ਇਹ ਚਿੰਤਾਜਨਕ ਵਰਤਾਰਾ ਹੈ ਹੀ ਆ, ਕਿਉਂਕਿ ਬਹੁਤ ਸਾਰੇ ਜਿਹੜੇ ਸਿਆਣੇ ਪੇਰੈਂਟਸ ਨੇ ਉਹ 7th 8th ਸਟੈਂਡਰਡ ਤੋਂ ਹੀ ਡਿਸਾਈਡ ਕਰਨਾ ਸ਼ੁਰੂ ਕਰ ਦਿੰਦੇ ਆ, ਬੱਚੇ ਦੀ ਰੁਚੀ ਦੇਖ ਕੇ, ਬੱਚੇ ਦੀ ਸਹਿਮਤੀ ਨਾਲ, ਕਿ ਇਹਨੂੰ ਕਿਸ ਖੇਤਰ 'ਚ ਤੋਰਿਆ ਜਾਵੇ। ਫਿਰ ਬੱਚੇ ਤੇ ਇਹ ਇੱਕਦਮ ਪ੍ਰੈਸ਼ਰ ਨਹੀਂ ਬਣਦਾ, ਬੱਚਾ ਹੌਲੀ ਹੌਲੀ ਤਿਆਰੀ ਕਰਦਾ ਰਹਿੰਦਾ। ਮੇਰਾ ਨਿੱਜੀ ਅਨੁਭਵ ਹੈ, ਮੇਰੀ ਬੇਟੀ US ਦੇ ਵਿੱਚ ਜਦੋਂ ਪੜ੍ਹਨ ਲਈ ਜਾਂਦੀ ਆ, ਸੌਫਟਵੇਅਰ ਇੰਜੀਨੀਅਰਿੰਗ ਕੀਤੀ ਉਹਨੇ, ਔਰ ਉਸ ਤੋਂ ਬਾਅਦ ਉਹ ਇੱਕ ਸਟਾਰਟਅਪ ਦੇ ਵਿੱਚ ਆਪਣੀ ਡਿਗਰੀ ਕੰਪਲੀਟ ਕਰਨ ਤੋਂ ਬਾਅਦ $1 ਲੱਖ ਦੇ ਪੈਕੇਜ ਨਾਲ ਬਤੌਰ ਟ੍ਰੇਨੀ ਜਾਂਦੀ ਹੈ। ਹੁਣ ਸਵਾਲ ਇਹ ਹੈ ਕਿ ਜਿਹੜੇ ਬੱਚੇ ਢੰਗ ਦੀ ਐਜੂਕੇਸ਼ਨ ਹਾਸਲ ਕਰਨਗੇ ਉਹਨਾਂ ਨੂੰ ਢੰਗ ਦਾ ਰੁਜ਼ਗਾਰ ਮਿਲੂਗਾ, ਲੇਕਿਨ ਜਿਹੜੇ ਬੱਚੇ ਸਿਰਫ ਇਸ ਕਰਕੇ ਜਾ ਰਹੇ ਆ ਕਿ ਅਸੀਂ ਕੈਨੇਡਾ ਜਾਣਾ ਹੈ, ਉਹਨਾਂ ਦੀ ਕੋਈ ਪਲੈਨਿੰਗ ਨਹੀਂ, ਉਹਨਾਂ ਦੇ ਪੇਰੈਂਟਸ ਨੂੰ ਇਹ ਸੋਚਣ ਦੀ ਲੋੜ ਆ ਕਿ ਜਿਸ ਕਾਲਜ ਵਿੱਚ ਜਾ ਰਹੇ ਕਿ ਉਹਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਕਿੱਲ, ਕਿਸੇ ਤਰ੍ਹਾਂ ਦਾ ਹੁਨਰ ਪ੍ਰਾਪਤ ਹੋਊਗਾ। ਕੱਲ ਨੂੰ ਨੌਕਰੀ ਕਿੰਨੇ ਕੁ ਟਰੱਕ ਚਲਾ ਲੋਗੇ, ਕਿੰਨੀਆਂ ਕੁ ਦੁਕਾਨਾਂ ਦੇ ਉੱਤੇ ਨੌਕਰੀ ਮਿਲ ਜਾਊਗੀ, ਆਖਿਰਕਾਰ ਤੁਹਾਨੂੰ ਕੋਈ ਨਾ ਕੋਈ ਹੁਨਰ ਸਿੱਖਣਾ ਪਊਗਾ। ਤਾਂ ਕਰਕੇ ਤੁਹਾਡੀ ਮੰਗ ਤਾਂ ਰਵੇ, ਘੱਟੋ ਘੱਟ ਤੁਹਾਡੀ ਡਿਮਾਂਡ ਤਾਂ ਹੋਵੇ। ਅਦਰਵਾਈਜ਼ ਜਿਸ ਤਰ੍ਹਾਂ ਦੇ ਹਾਲਾਤ ਬਣੇ ਆ, ਪਿੱਛੇ ਭਗਵੰਤ ਮਾਨ ਨੇ ਹੁੱਬ ਕੇ ਹਾਕ ਮਾਰੀ ਸੀ ਕਿ ਅਸੀਂ ਬਾਹਰੋਂ ਸਾਡੇ ਕੋਲ ਇੱਥੇ ਨੌਕਰੀ ਕਰਨ ਲਈ ਲੋਕ ਆਇਆ ਕਰਨਗੇ। ਉਹਨਾਂ ਦੀ ਵੀ ਗੱਲ ਠੀਕ ਹੋ ਸਕਦੀ ਆ, ਕਿਉਂਕਿ ਅਸੀਂ ਇੱਥੇ ਬਹੁਤਾ ਹੁਨਰ ਪੈਦਾ ਨਹੀਂ ਕਰ ਰਹੇ। ਸਾਡੀਆਂ ਯੂਨੀਵਰਸਿਟੀਆਂ, ਕਾਲਜਸ ਦੇ ਵਿੱਚ ਕਿੰਨੀ ਕੁ ਰਿਸਰਚ ਹੋ ਰਹੀ ਆ, ਕਿੰਨਾ ਕੁ ਅਸੀਂ ਵਿਹਾਰਕ ਪਹੁੰਚ ਸਾਡੀ ਐਜੂਕੇਸ਼ਨ ਨੂੰ ਲੈ ਕੇ, ਇਹ ਤਾਂ ਸ਼ੱਕ ਦੇ ਦਾਇਰਿਆਂ 'ਚ ਬਣਦੀ ਹੈ ਗੱਲ। ਸਾਨੂੰ ਜਦੋਂ ਵੀ ਕੋਈ ਹੁਨਰ ਚਾਹੀਦਾ ਹੋਊਗਾ ਸਾਨੂੰ ਵਿਦੇਸ਼ ਤੋਂ ਲੈਣਾ ਹੀ ਪੈਣਾ। ਇਹ ਭਗਵੰਤ ਮਾਨ ਜੀ ਠੀਕ ਕਹਿ ਰਹੇ ਆ, ਪਰ ਇਹ ਗੱਲ ਇਸ ਵੇਲੇ ਸਭ ਤੋਂ ਅਹਿਮ ਆ ਕਿ ਕੀ ਤੁਸੀਂ ਇਸ ਪ੍ਰਵਾਸ ਦੇ ਇਸ ਤਰੀਕੇ ਨੂੰ, ਪ੍ਰਵਾਸ ਦੇ ਇਹਨਾਂ ਤੌਰ ਤਰੀਕਿਆਂ ਨੂੰ ਕਿਵੇਂ ਰੋਕ ਸਕਦੇ ਹੋ? ਕਿਵੇਂ ਤੁਸੀਂ ਬੱਚੇ ਔਰ ਮਾਪੇ ਦੋਨੇ ਹੀ ਸੰਕਟ 'ਚ ਪੈ ਰਹੇ ਆ? ਕਿਵੇਂ ਜਮਾ ਪੂੰਜੀ ਲੋਕਾਂ ਦੀ ਪਾਈ ਜੋੜ ਕੇ ਇਕੱਠੇ ਕੀਤੇ ਹੋਏ ਪੈਸੇ ਰੁੜ ਜਾਂਦੇ ਆ, ਔਰ ਕਿਸ ਤਰੀਕੇ ਨਾਲ ਇੱਥੋਂ ਜ਼ਮੀਨਾਂ ਵੇਚਣ ਤੋਂ ਬਾਅਦ ਉੱਥੇ ਜਾ ਕੇ ਲੋਕ ਨਿਰਾਸ਼ ਹੋ ਰਹੇ ਆ? ਇਹ ਨਹੀਂ ਕਿ ਦੁਨੀਆ ਦੇ ਬਾਕੀ ਲੋਕ ਨਿਰਾਸ਼ ਨਹੀਂ ਹੋ ਰਹੇ, ਸਾਡੇ ਲੋਕ ਜਿਸ ਤਰ੍ਹਾਂ ਇੱਥੋਂ ਜ਼ਮੀਨਾਂ ਵੇਚ ਕੇ ਪਰਿਵਾਰ ਵੀ ਜਾ ਰਹੇ ਆ, ਬਾਅਦ ਚ ਪੇਰੈਂਟਸ ਜਾ ਰਹੇ ਆ। ਹੁਣ ਜਿਹੜੀ ਮਾਂ ਨੇ ਖੁਦਕੁਸ਼ੀ ਕੀਤੀ ਆ, ਹੋ ਸਕਦਾ ਉਹਦੀ ਜੀਵਨ ਦੀ ਕੋਈ ਉਮੀਦ ਹੋਵੇ, ਮੇਰਾ ਪੁੱਤ ਚੱਲਿਆ, ਕੱਲ ਨੂੰ ਮੈਂ ਵੀ ਹੌਲੀ ਹੌਲੀ ਪੁੱਤ ਕੋ ਚਲੇ ਜਾਣਾ, ਇਕੱਠਾ ਹੀ ਰਵਾਂਗੇ, ਪਰਿਵਾਰ ਇਕੱਠਾ ਚੱਲੂਗਾ। ਇੱਕ ਮਈ ਥੋੜੀ ਟੁੱਟਦੀ ਆ। ਅੱਜ ਤੁਸੀਂ ਸਿੱਧੂ ਮੂਸੇਵਾਲੇ ਨੂੰ ਦੇਖ ਰਹੇ ਹੋ, ਉਹਦੇ ਮਾਂ-ਬਾਪ ਦਾ ਕੋਈ ਹਾਲ, ਲੇਕਿਨ ਕੋਈ ਪੈਸਿਆਂ ਨਾਲ ਜੀ ਨਹੀਂ ਸਕਦਾ। ਇਸ ਤੋਂ ਵੱਡੀ ਕੋਈ ਉਦਾਹਰਨ ਨਹੀਂ। ਅੱਜ ਵੀ ਉਹਨਾਂ ਦੇ ਖਾਤਿਆਂ 'ਚ ਕਰੋੜਾਂ ਰੁਪਏ ਆ ਰਹੇ ਹੋਣਗੇ, ਕਿਉਂਕਿ ਸਿੱਧੂ ਮੂਸੇਵਾਲਾ ਅੱਜ ਵੀ ਬਹੁਤ ਸੁਣਿਆ ਜਾ ਰਿਹਾ, ਅੱਜ ਵੀ ਉਹਨਾਂ ਨੂੰ ਵੱਖ-ਵੱਖ ਸੋਰਸਸ ਤੋਂ ਬਹੁਤ ਪੈਸੇ ਆ ਰਹੇ ਹੋਣਗੇ। ਪਰ ਮੇਰਾ ਖਿਆਲ ਉਹ ਐਸੇ ਵਿਅਕਤੀ ਨੇ ਜਿਨ੍ਹਾਂ ਨੂੰ ਉਹ ਪੈਸੇ ਚੰਗੇ ਹੀ ਨਹੀਂ ਲੱਗਦੇ ਹੋਣੇ, ਉਹ ਉਹਨਾਂ ਨੂੰ ਢੰਗ ਦਾ ਕੱਪੜਾ ਪਾਉਣ ਦੀ ਵੀ ਸਾਰੀ ਉਮਰ ਜੀ ਨਹੀਂ ਕਰਨਾ। ਸੋ ਬੜੀਆਂ ਬੁਰੀਆਂ ਪਰਿਸਥਿਤੀਆਂ 'ਚ ਅਸੀਂ ਜੀ ਰਹੇ ਹਾਂ। ਕ੍ਰਾਈਮ ਤੇ ਵੀ ਸੋਚਣਾ ਪਊਗਾ, ਤੁਹਾਨੂੰ ਨਸ਼ੇ ਤੇ ਵੀ ਸੋਚਣਾ ਪਊਗਾ। ਇਸ ਸਿਸਟਮ ਨੂੰ ਦੇਖਣ ਦੀ ਲੋੜ ਹੈ ਵੀ ਕਿਵੇਂ ਇਹਨੂੰ ਠੀਕ ਕੀਤਾ ਜਾਏ। ਭਾਸਕਰ ਸਾਹਿਬ, ਜਜ਼ਬਾਤੀ ਪੁਣੇ 'ਚ ਤਾਂ ਤੁਸੀਂ ਜੋ ਮਰਜ਼ੀ ਕਹੀ ਜਾਓਗੇ, ਜ਼ਿੰਮੇਵਾਰ ਤੇ ਅਸੀਂ ਵੀ ਆ, ਅਸੀਂ ਹੀ ਜ਼ਿੰਮੇਵਾਰ ਹਾਂ ਜਿਹੜੇ ਹਰ ਤਰ੍ਹਾਂ ਦੇ ਸਿਸਟਮ ਨੂੰ ਚੂਜ਼ ਕਰਦੇ ਆ, ਫਿਰ ਭਾਣਾ ਮੰਨ ਲੈਂਦੇ ਆ। ਪਰ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗਾ ਕਿ ਵਿਜੀਲੈਂਸ ਦੀ ਜਿਹੜੀ ਧਾਰ ਤਿੱਖੀ ਸੀ, ਮਨਪ੍ਰੀਤ ਬਾਦਲ ਵੱਲ ਕੱਲ ਅਸੀਂ ਜ਼ਿਕਰ ਕਰ ਰਹੇ ਸੀ, ਇੱਕ ਪ੍ਰਕਾਸ਼ਿਤ ਹੋਈ ਖਬਰ ਦੇ ਆਧਾਰ ਦੇ ਉੱਤੇ ਜਿਹੜੀ ਕਿ ਜਾਗਰਣ ਅਖਬਾਰ ਦੇ ਵਿੱਚ ਬਠਿੰਡੇ ਤੋਂ ਛਪੀ ਸੀ, ਉਹਦੇ ਉੱਤੇ ਅਸੀਂ ਤੱਥ ਦੇ ਰਹੇ ਸੀਗੇ ਉਹੀ। ਲੇਕਿਨ ਤੁਸੀਂ ਉਸ ਤੋਂ ਬਾਅਦ ਯਤਨ ਕੀਤਾ ਮਨਪ੍ਰੀਤ ਬਾਦਲ ਨਾਲ ਗੱਲ ਕਰਨ ਦਾ, ਉਹਨਾਂ ਤੱਥਾਂ ਨੂੰ ਤਸਦੀਕ ਕਰਨ ਦਾ ਕਿ ਉਹਨਾਂ ਬਾਰੇ ਸੱਚ ਲਿਆਈਏ। ਕੁਝ ਪਿੰਡ ਪੱਲੇ ਪਿਆ, ਕੁਝ ਲੱਭਿਆ ਵਿੱਚੋਂ ਜੀ? ਜਿੱਥੇ ਤੱਕ ਉਸ ਆਪਸ਼ਨ ਦੀ ਗੱਲ ਹੈਗੀ ਹੈ, ਬਹੁਤ ਸਾਰੇ ਅਧਿਕਾਰੀਆਂ ਨਾਲ ਗੱਲ ਕਰਕੇ, ਖਾਸ ਕਰਕੇ ਵਿਜੀਲੈਂਸ ਦੇ ਵੀ ਸੂਤਰ ਹੈਗੇ ਨੇ ਔਰ ਬਠਿੰਡਾ ਡਿਵੈਲਪਮੈਂਟ ਅਥਾਰਟੀ ਦੇ ਵੀ ਕੁਝ ਅਧਿਕਾਰੀ ਹੈਗੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਲੱਗਿਆ ਕਿ ਵੀ ਜਿਹੜੀ ਉਹ ਬਿਡ ਯਾਨੀ ਆਨਲਾਈਨ ਬਿਡ ਸੀਗੀ, ਉਹਦੇ ਵਿੱਚ ਪਲਾਟ ਨੰਬਰ ਦਾ ਨਾ ਹੋਣਾ, ਇੱਥੋਂ ਗੱਲ ਸ਼ੁਰੂ ਹੁੰਦੀ ਹੈ। ਕਿਉਂਕਿ ਜਦ ਵੀ ਕਿਸੇ ਪਲਾਟ ਦੀ ਆਕਸ਼ਨ ਹੁੰਦੀ ਹੈ ਤੇ ਪਲਾਟ ਦਾ ਨੰਬਰ ਹੋਣਾ ਉੱਥੇ ਬਹੁਤ ਜ਼ਰੂਰੀ ਹੈ। ਇੱਥੋਂ ਹੀ ਇਹ ਗੱਲ ਇੱਕ ਸਵਾਲਾਂ ਦੇ ਘੇਰੇ ਦੇ ਵਿੱਚ ਪੈ ਜਾਂਦੀ ਹੈ ਵੀ ਬਿਨਾਂ ਨੰਬਰ ਤੋਂ ਕੋਈ ਬਿਡ ਕਰ ਸਕਦਾ ਹੈ? ਰੰਧਾਵਾ ਜੀ, ਮੈਂ ਤੁਹਾਨੂੰ ਹੀ ਪੁੱਛਣਾ, ਤੁਹਾਨੂੰ ਪਤਾ ਨਹੀਂ ਤੁਸੀਂ ਕਿਹੜੇ ਪਲਾਟ ਵਾਸਤੇ ਆਕਸ਼ਨ ਜਾਂ ਆਪਣੀ ਬਿਡ ਦੇ ਰਹੇ ਹੋ ਤੇ ਤੁਸੀਂ ਕਿੱਦਾਂ ਦੋਗੇ? ਇੱਥੋਂ ਹੀ ਇਸ ਘੁਟਾਲੇ ਦੀ ਇੱਕ ਤਰੀਕੇ ਨਾਲ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ। ਪਰ ਉਸ ਤੋਂ ਬਾਅਦ 31,000 ਤੋਂ ਵੱਧ ਪੈਸੇ ਤੋਂ ਇਹ ਇਹਦੇ ਚ ਭਾਸਕਰ ਸਾਹਿਬ, ਇਹਦੇ ਚ ਪਹਿਲਾ ਸਵਾਲ ਹੀ ਤੇ ਇਹ ਖੜਾ ਹੋ ਜਾਂਦਾ ਕਿ ਜਿਹੜੀ ਉਹ ਇਸ਼ਤਿਹਾਰ ਦਿੱਤੇ ਗਏ ਜਾਂ ਜਿਹੜੀ ਉਹ ਕਿਸੇ ਵੀ ਤਰੀਕੇ ਦੀ ਭਾਵੇਂ ਆਨਲਾਈਨ ਉਹਦੇ ਬਾਰੇ ਡਿਟੇਲ ਸੀਗੀ, ਜਿਨੇ ਉਹ ਨਹੀਂ ਦਿੱਤੇ ਤੱਥ, ਪਲਾਟ ਨੰਬਰ ਨਹੀਂ ਲਿਖੇ ਅਧਿਕਾਰੀ, ਤਾਂ ਉਹ ਹੁਣ ਤੱਕ ਜਾਂਚ ਦਾ ਦਾਇਰਾ ਉਹਨਾਂ ਤੱਕ ਵਧਿਆ? ਕੀ ਇਹਦੇ ਵਿੱਚ ਉਹ ਅਧਿਕਾਰੀ ਜਿਹੜੇ ਇਹਦੇ ਵਿੱਚ ਇੰਜ ਲੱਗਦਾ
ਕਿ ਕੁਛ ਨਾ ਕੁਛ ਗਲਤ ਕਰ ਰਹੇ ਆ ਜਾਂ ਕੁਛ ਕਾਲਾ ਕਾਲਾ ਦਿਸ ਰਿਹਾ, ਜਾਂਚ ਉਹਨਾਂ ਵੱਲ ਵੀ ਵਧੀ? ਦੇਖੋ ਬਿਲਕੁਲ ਉਹਨਾਂ ਦੇ ਵੱਲ ਗੱਲ ਵੀ ਵਧੀ ਹੈ, ਔਰ ਵਿਜੀਲੈਂਸ ਨੇ ਬਠਿੰਡਾ ਡਿਵੈਲਪਮੈਂਟ ਅਥਾਰਟੀ ਦੇ ਉਸ ਰਿਕਾਰਡ ਨੂੰ ਵੀ ਜ਼ਬਤ ਕਰ ਲਿਆ, ਕਿਉਂਕਿ ਜਦ ਇਹ ਪੁੱਛਗਿੱਛ ਹੋਏਗੀ ਉਹ ਤੇ ਪੁੱਛਿਆ ਹੀ ਜਾਏਗਾ ਕਿ ਵੀ ਤੁਸੀਂ ਪਲਾਟਾਂ ਦੇ ਨੰਬਰ ਨਹੀਂ ਦਿੱਤੇ, ਕਿਉਂ ਨਹੀਂ ਦਿੱਤੇ। ਔਰ ਇਹਦੇ ਤੱਕ, ਹਾਲਾਂਕਿ ਜਿੱਥੇ ਤੱਕ ਪਲਾਟਾਂ ਦੇ ਨਾਂ ਨੰਬਰ ਦੇਣ ਦੀ ਗੱਲ ਹੈਗੀ ਆ, ਉਹਦੇ ਵਿੱਚ ਮਨਪ੍ਰੀਤ ਬਾਦਲ ਉਹਨਾਂ ਦੀ ਡਾਇਰੈਕਟ ਇਨਵੋਲਵਮੈਂਟ ਕਿਸੇ ਵੀ ਤਰੀਕੇ ਨਾਲ ਪ੍ਰੂਵ ਨਹੀਂ ਹੁੰਦੀ, ਕਿਉਂਕਿ ਕੋਈ ਵੀ ਅਧਿਕਾਰੀ ਹੁਣ ਇਹ ਨਹੀਂ ਕਹੇਗਾ ਕਿ ਅਸੀਂ ਉਹਨਾਂ ਦੇ ਕਹਿਣ ਤੇ ਇਹ ਨੰਬਰ ਨਹੀਂ ਦਿੱਤੇ ਸੀਗੇ, ਜਾਂ ਉਸ ਗੱਲ ਨੂੰ ਪ੍ਰੂਵ ਨਹੀਂ ਕਰ ਪਾਏਗਾ। ਉੱਥੇ ਮਨਪ੍ਰੀਤ ਉਹਨਾਂ ਦੀ ਇਨਵੋਲਵਮੈਂਟ ਸ਼ੁਰੂ ਹੁੰਦੀ ਹੈ ਕਿ ਇਹ ਸਾਰੇ ਪਲਾਟ ਜਿਨ੍ਹਾਂ ਦੇ ਨੰਬਰ ਨਹੀਂ ਦਿੱਤੇ ਗਏ, ਉਹ ਸਾਰੇ ਅਲਟੀਮੇਟਲੀ ਮਨਪ੍ਰੀਤ ਬਾਦਲ ਵੱਲ ਵੱਧਦੇ ਨੇ, ਕਿਉਂਕਿ ਉਸ ਪਲਾਟ ਦੀ ਆਕਸ਼ਨ ਹੋਣ ਤੋਂ ਬਾਅਦ ਉਹ ਨੇਰੇ 'ਚ ਆਕਸ਼ਨ ਜਾਂ ਬਿਡਿੰਗ ਕਰਕੇ ਜਿਨ੍ਹਾਂ ਲੋਕਾਂ ਨੇ ਇਹ ਪਲਾਟ ਲਿੱਤੇ ਸੀ, ਉਹ ਪਲਾਟ ਦੇ ਅਲਾਟਮੈਂਟ ਲੈਟਰ ਆਉਣ ਤੋਂ ਪਹਿਲੇ ਹੀ ਮਨਪ੍ਰੀਤ ਬਾਦਲ ਉਹਨਾਂ ਨੂੰ ਇਹ ਪਲਾਟ ਸਸਤੇ ਭਾਅ ਦੇ ਵਿੱਚ, ਕਥਿਤ ਤੌਰ ਤੇ ਸਸਤੇ ਭਾਅ ਦੇ ਵਿੱਚ ਕਵਾਂਗੇ, ਕਿਉਂਕਿ 31,000 ਰੁਪਏ ਦੀ ਗੱਲ ਚੱਲੀ ਹੈ ਕਿ ਉਹਨਾਂ ਨੇ ਖਰੀਦੇ। ਮਨਪ੍ਰੀਤ ਬਾਦਲ ਉਹਨਾਂ ਨੇ ਕਥਿਤ ਤੌਰ ਤੇ, ਕਿਉਂਕਿ ਕੁਝ ਲੋਕਾਂ ਨੇ, ਕੁਝ ਸੂਤਰਾਂ ਨੇ ਦੱਸਿਆ ਕਿ ਉਹ 16,000 ਦੇ ਹਿਸਾਬ ਨਾਲ ਰਜਿਸਟਰੀ ਹੋਈਆਂ, ਉਹਨੇ 16,000 ਦੇ ਵਿੱਚ ਵੇਚੇ ਕਿ ਰਜਿਸਟਰੀ 16,000 ਰੁਪਏ ਦੀ ਹੋਈ। ਇਹ ਵੀ ਇੱਕ ਇਨਵੈਸਟੀਗੇਸ਼ਨ ਦਾ ਹੀ ਪਾਰਟ ਹੈਗਾ, ਜਿਹਦੇ ਉੱਤੇ ਹਜੇ ਤੱਕ ਕਿਸੇ ਵੀ ਆਫੀਸਰ ਨੇ ਖੁੱਲ ਕੇ ਗੱਲ ਕਰਨ ਤੋਂ ਇਨਕਾਰ ਕੀਤਾ, ਕਿਉਂਕਿ ਜਦ ਭਾਸਕਰ ਸਾਹਿਬ ਇਹਦੇ ਚ ਦੋ ਸਵਾਲ ਫਿਰ ਖੜੇ ਹੋ ਗਏ। ਇੱਕ ਤਾਂ ਕੱਲ ਜਿਹੜਾ ਜ਼ਿਕਰ ਹੋ ਰਿਹਾ ਸੀ, ਜਿਹੜਾ ਪ੍ਰਕਾਸ਼ਿਤ ਹੋਏ ਤੱਥ ਸੀਗੇ ਕਿ 25,000 ਕੁਝ ਜਿਹੜੀ ਅਮਾਉਂਟ ਉਹਦੇ ਹਿਸਾਬ ਨਾਲ ਇਹ ਅਲਾਟਮੈਂਟਸ ਹੋਈਆਂ, ਲੇਕਿਨ ਬਾਅਦ ਦੇ ਵਿੱਚ ਜਿਹੜੀ ਇੱਕ ਅੱਜ ਪ੍ਰਕਾਸ਼ਿਤ ਹੋ ਰਹੀ ਰਿਪੋਰਟ ਮੈਂ ਦੇਖ ਰਿਹਾ, ਸ਼ਾਇਦ ਇੰਡੀਅਨ ਐਕਸਪ੍ਰੈਸ ਦੀ ਹੈ, ਉਹਦੇ ਵਿੱਚ ਇਹ ਲਿਖਿਆ ਕਿ ਇਹ 31,000 ਦੇ ਹਿਸਾਬ ਨਾਲ ਹੋਏ। ਔਰ ਇੱਕ ਹੋਰ ਗੱਲ ਕਿ ਮਨਪ੍ਰੀਤ ਬਾਦਲ ਇਹਦੇ ਵਿੱਚ ਇਹ ਵੀ ਕਹਿ ਰਹੇ ਨੇ ਕਿਸੇ ਜਗ੍ਹਾ ਦੇ ਉੱਤੇ ਕਿ ਜੇਕਰ ਮੈਂ ਖਰੀਦਣੇ ਹੁੰਦੇ ਤਾਂ ਮੈਂ ਡਾਇਰੈਕਟ ਬੋਲੀ ਦਿੰਦਾ, ਮੈਂ ਦੁਬਾਰਾ ਸਰਕਾਰ ਨੂੰ ਰੈਵਨਿਊ ਜਿਹੜੀ ਫੀਸ ਹੁੰਦੀ ਆ, ਉਹ ਕਿਉਂ ਰਜਿਸਟਰੀ ਫੀਸ ਜਿਹੜੀ ਉਹ ਦੁਬਾਰਾ ਕਿਉਂ ਦੇਣਾ ਚਾਹੁੰਦਾ, ਮੈਂ ਸਰਕਾਰ ਕੋਲ ਲੈਂਦਾ ਤੇ ਉਹਦੇ ਵਿੱਚ ਮੇਰੀ ਉਹ ਬਚਤ ਹੋਣੀ ਸੀਗੀ, ਮੈਂ ਕਾਹਦੇ ਤੋਂ ਦੁਬਾਰਾ ਭਰ ਰਿਹਾ ਸੀਗਾ। ਉਹਨਾਂ ਨੇ ਇਸ ਗੱਲ ਨੂੰ ਕਿੱਦਾਂ ਮਤਲਬ ਅੱਗੇ ਵਧਾਈਏ? ਦੇਖੋ, ਜਿੱਥੇ ਤੱਕ ਉਹਨਾਂ ਬਿਡਰ ਨੇ ਜਿਨ੍ਹਾਂ ਨੇ ਇਹ ਪਲਾਟ ਖਰੀਦੇ ਨੇ, ਉਹਨਾਂ ਨੇ 31,173 ਇਦਾਂ ਦਾ ਕੁਝ ਅਮਾਉਂਟ ਆਇਆ, ਉਹਨਾਂ ਨੇ ਇੰਨੇ ਤੇ ਖਰੀਦੇ, ਔਰ ਬਾਅਦ ਚੋਂ ਮਨਪ੍ਰੀਤ ਬਾਦਲ ਉਹਨਾਂ ਨੇ ਉਹ ਪਲਾਟ ਖਰੀਦ ਕੇ, ਹਾਲਾਂਕਿ ਕਿੰਨੇ ਦੇ ਖਰੀਦੇ ਇਹ ਗੱਲ ਚੇਚੇ ਤੌਰ ਤੇ ਸਾਹਮਣੇ ਤੇ ਨਹੀਂ ਆਈ, ਲੇਕਿਨ ਉਹਨਾਂ ਨੇ ਰਜਿਸਟਰੀ ਇਹਨਾਂ ਪਲਾਟਾਂ ਦੀ 16,000 ਰੁਪਏ ਤੇ ਕਰਾਈ, ਕਿਉਂਕਿ ਉੱਥੇ ਡੀਸੀ ਰੇਟ 16,000 ਸੀ। ਇਹਦੀ ਗੱਲ ਤੁਸੀਂ ਕੱਲ ਕੀਤੀ ਵੀ ਸੀਗੀ। ਇਹਨਾਂ ਸਾਰੇ ਕਨਫਿਊਜ਼ਨ ਨੂੰ ਦੂਰ ਕਰਨ ਵਾਸਤੇ ਜਦ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਨੋਕ ਕੀਤਾ ਜਾਂਦਾ ਤੇ ਉਹ ਸਿੱਧੇ ਤੌਰ ਤੇ ਕੁਝ ਵੀ ਦੱਸਣ ਤੋਂ ਇਨਕਾਰ ਕਰਦੇ ਨੇ। ਲੱਗਦਾ ਹੈ ਕਿ ਉਹਨਾਂ ਦੇ ਉੱਤੇ ਵੀ ਕਿਸੇ ਕਿਸਮ ਦਾ ਕੋਈ ਪ੍ਰੈਸ਼ਰ ਹੋਏਗਾ, ਕਾਰਨ ਕਿ ਉਹ ਕਹਿੰਦੇ ਸਾਡੇ ਵਿਭਾਗ ਦੇ ਬੁਲਾਰੇ ਹੀ ਇਸ ਬਾਰੇ ਦੱਸ ਸਕਦੇ ਨੇ। ਫਿਰ ਸਪੈਸੀਫਿਕ ਗੱਲ ਜਦ ਪੁੱਛੀ ਜਾਂਦੀ ਹੈ ਕਿ ਇਹਨਾਂ ਪਲਾਟਸ ਦਾ CLU ਕੀ ਵਾਕਈ 2012 ਦੇ ਵਿੱਚ ਹੋ ਗਿਆ ਸੀ, ਜਦ ਸਰੂਪ ਚੰਦ ਸਿੰਗਲਾ ਜਿਹੜੇ ਕੰਪਲੇਨੈਂਟ ਨੇ ਉਸ ਵਕਤ ਉੱਥੇ ਦੇ MLA ਹੁੰਦੇ ਸੀਗੇ, ਉਹ ਕਹਿੰਦੇ ਇਸ ਬਾਰੇ 'ਚ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੀ ਨਹੀਂ। ਗੱਲ ਤੇ ਉੱਥੇ ਹੈ ਕਿ ਜਦ ਤੁਸੀਂ ਬਿਡ ਮੰਗੀ ਹੈ, ਉਹਦੇ ਵਿੱਚ ਪਲਾਟਾਂ ਦਾ ਨੰਬਰ ਨਹੀਂ ਹੈਗਾ, ਔਰ ਫਿਰ ਵੀ ਉਹ ਦੋ ਵਿਅਕਤੀ ਉਹ ਪਲਾਟ ਨੂੰ ਖਰੀਦਦੇ ਨੇ, ਔਰ ਆਖਿਰ ਵਿੱਚ ਉਹ ਮਨਪ੍ਰੀਤ ਬਾਦਲ ਉਹਨਾਂ ਦੇ ਥੈਲੇ ਦੇ ਵਿੱਚ ਉਹ ਪਲਾਟ ਪੈ ਜਾਂਦੇ ਨੇ। ਤੇ ਯਾਨੀ ਡਾਟ ਤੋਂ ਡਾਟ ਮਿਲਾ ਕੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਔਰ ਡਾਟ ਅਲਟੀਮੇਟਲੀ ਇਸ਼ਾਰਾ ਕਰਦੇ ਨੇ ਮਨਪ੍ਰੀਤ ਬਾਦਲ ਵੱਲ। ਕੀ ਇਹ ਇਨਵੈਸਟੀਗੇਸ਼ਨ ਸਿਰਫ ਇਸ਼ਾਰਿਆਂ ਦੇ ਆਧਾਰ ਦੇ ਉੱਤੇ ਚੱਲੇਗੀ? ਤੱਥਾਂ ਦੇ ਆਧਾਰ ਦੇ ਉੱਤੇ ਮਨਪ੍ਰੀਤ ਬਾਦਲ ਦੀ ਡਾਇਰੈਕਟ ਇਨਵੋਲਵਮੈਂਟ ਉਹਨਾਂ ਮੁੱਦਿਆਂ ਦੇ ਉੱਤੇ ਇਨਵੈਸਟੀਗੇਸ਼ਨ ਏਜੰਸੀ ਨੂੰ ਪ੍ਰੂਵ ਕਰਨੀ ਪਏਗੀ, ਕਿਉਂਕਿ ਪੈਸਿਆਂ ਦਾ ਲੈਣ ਦੇਣ ਹੋਇਆ ਹੋਏਗਾ, ਕੁਝ ਵਾਈਟ ਵਿੱਚ ਵੀ ਹੋਇਆ ਹੋਏਗਾ, ਉਹ ਕਿਸ ਤਰੀਕੇ ਨਾਲ ਉਹਨਾਂ ਬਿਡ ਕਰਨ ਵਾਲੇ ਲੋਕਾਂ ਦੇ ਖਾਤੇ ਦੇ ਵਿੱਚ ਪੈਸੇ ਗਏ ਹੋਣੇ। ਔਰ ਮਨਪ੍ਰੀਤ ਬਾਦਲ ਉਹਨਾਂ ਜਦ ਆਪਣੀ ਬਿਆਨ ਦੇ ਰਹੇ ਸੀਗੇ ਵਿਜੀਲੈਂਸ ਦਫ਼ਤਰ ਦੇ ਬਾਹਰ, ਉਹ ਕਹਿੰਦੇ ਗੁੜਗਾਵਾਂ ਦੇ ਵਿੱਚ ਮੇਰੇ ਕੋਲ ਇੱਕ ਪਲਾਟ ਸੀਗਾ, ਉਹ ਮੈਂ ਕਿਹਾ ਆਪਾਂ ਗੁੜਗਾਵਾਂ ਕੀ ਕਰਨਾ, ਲੋਕੀ ਕਹਿੰਦੇ ਨੇ ਇੱਥੇ ਘਰ ਬਣਾਓ, ਤੇ ਲੈਣਾ ਪਾਰ ਮੈਂ ਘਰ ਇਸ ਕਰਕੇ ਬਣਾਉਣਾ ਚਾਹੁੰਦਾ ਸੀਗਾ ਕਿ ਬਈ ਲੋਕਾਂ ਨੂੰ ਆਉਣ ਜਾਣ ਦੀ ਕੋਈ ਦਿੱਕਤ ਨਾ ਹੋਏ। ਉਹ ਇਸ ਗੱਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਤੇ ਕਰਦੇ ਨੇ ਕਿ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਇਹਨਾਂ ਸਾਰੀ ਗੱਲਾਂ ਨੂੰ ਜਸਟੀਫਾਈ ਕਰ ਪਾਣਗੇ ਮਨਪ੍ਰੀਤ ਬਾਦਲ ਉਹਨਾਂ। ਔਰ ਜਦ ਸਰਕਾਰ ਜਾਂ ਵਿਜੀਲੈਂਸ ਅਧਿਕਾਰੀ ਉਸ ਇਨਵੈਸਟੀਗੇਸ਼ਨ ਨੂੰ ਪੁਖਤਾ ਤੌਰ ਤੇ ਕਰਕੇ ਉਹਨਾਂ ਨੂੰ ਕਿਸੇ ਟ੍ਰਾਂਜੈਕਸ਼ਨ ਦੇ ਬੇਸ ਤੇ ਦੋਸ਼ੀ ਕਰਾਰ ਦੇਣਗੇ ਤੇ ਉਹਦਾ ਕੀ ਜਵਾਬ ਦੇਣਗੇ ਮਨਪ੍ਰੀਤ ਬਾਦਲ? ਇਹ ਜਿਹੀ ਇਨਵੈਸਟੀਗੇਸ਼ਨ ਦਾ ਪਾਰਟ ਹੈ, ਕਿਉਂਕਿ ਮਨਪ੍ਰੀਤ ਬਾਦਲ ਉਹਨਾਂ ਦਾ ਨਾਂ ਇਸ ਕੇਸ ਦੇ ਵਿੱਚ ਆ ਚੁੱਕਿਆ ਹੈ, ਉਹਨਾਂ ਨੂੰ ਬੁਲਾਇਆ ਜਾ ਚੁੱਕਿਆ ਹੈ। ਔਰ ਇਸ ਇਨਵੈਸਟੀਗੇਸ਼ਨ ਦੇ ਵਿੱਚ ਤੁਸੀਂ ਇਹ ਦੇਖੋ, ਕਦੀ ਦੋਸਤ ਹੁੰਦੇ ਸੀ, ਕਦ ਹੁਣ ਸ਼ਰੀਕ ਹੋ ਗਏ। ਸਰੂਪ ਚੰਦ ਸਿੰਗਲਾ ਹੋਣਾ ਤੇ ਮਨਪ੍ਰੀਤ ਬਾਦਲ ਹੋਣਾ ਕਦੀ ਇਕੱਠੇ ਅਕਾਲੀ ਦਲ ਦੇ ਵਿੱਚ ਵੀ ਹੁੰਦੇ ਸੀ, ਬਾਅਦ ਚੋਂ ਸ਼ਰੀਕ ਬਣੇ, ਇੱਕ ਦੂਜੇ ਦੇ ਖਿਲਾਫ ਵੀ ਇਲੈਕਸ਼ਨ ਲੜੇ। ਔਰ ਸਰੂਪ ਚੰਦ ਸਿੰਗਲਾ ਉਹਨਾਂ ਨੂੰ ਆਪਣੀ ਪਾਰਟੀ ਪ੍ਰਧਾਨ ਜਦ ਸੁਖਬੀਰ ਸਿੰਘ ਬਾਦਲ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਪ੍ਰਧਾਨ ਜੀ ਉਹ ਦੱਸ ਦਿਓ ਮੈਂ ਤੁਹਾਡਾ ਆਫੀਸ਼ੀਅਲ ਕੈਂਡੀਡੇਟ ਆ ਜਾਂ ਮਨਪ੍ਰੀਤ ਬਾਦਲ ਆ ਜਿਹੜੀ ਵਿਰੋਧੀ ਪਾਰਟੀਆਂ ਤੋਂ ਲੜ ਰਿਹਾ ਹੈ,
ਇਹਨਾਂ ਸਾਰੀ ਗੱਲਾਂ ਤੋਂ ਅੱਗੇ ਤੁਰਦੇ ਤੁਰਦੇ ਕਦੀ ਭਗਵੰਤ ਮਾਨ ਉਹਨਾਂ ਪੀਪੀਪੀ ਦੇ ਵਿੱਚੋਂ ਲਹਿਰਾ ਗੱਗਾ ਤੋਂ ਇਲੈਕਸ਼ਨ ਲੜੇ ਸੀ, ਔਰ ਇਲੈਕਸ਼ਨ ਪਹਿਲਾਂ ਆਪਣਾ ਉਹ ਹਾਰ ਗਏ ਸੀਗੇ, ਔਰ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਉਹਨਾਂ ਦਾ ਉਸ ਵੀਡੀਓ ਨੂੰ ਜਾਰੀ ਕਰਨਾ, ਜਿਸ ਵੀਡੀਓ ਦੇ ਵਿੱਚ ਭਗਵੰਤ ਮਾਨ ਉਹਨਾਂ ਤਾਰੀਫ ਕਰ ਰਹੇ ਨੇ ਮਨਪ੍ਰੀਤ ਬਾਦਲ ਉਹਨਾਂ ਦੀ ਕਿ ਵੀ ਇਦਾਂ ਦਾ ਸਾਨੂੰ ਮੁੱਖ ਮੰਤਰੀ ਚਾਹੀਦਾ ਜਾਂ ਇਦਾਂ ਦੇ ਲੀਡਰ ਹੋਣੇ ਚਾਹੀਦੇ ਆ ਜਿਹੜੇ ਟੋਲ ਦੇ ਵਿੱਚ ਪੈਸੇ ਦਿੰਦੇ ਹੋਣ, ਆਪਣੀ ਗੱਡੀ 'ਚ ਤੇਲ ਨਾ ਪਵਾਉਂਦੇ ਹੋਣ। ਔਰ ਇਹਨਾਂ ਤੇਲ ਨਾ ਪਵਾਉਣ ਦੀ ਗੱਲਾਂ ਔਰ ਟੋਲ ਦੇ ਪੈਸੇ ਦੇਣ ਦੀ ਗੱਲਾਂ ਮਨਪ੍ਰੀਤ ਬਾਦਲ ਉਹਨਾਂ ਨੇ ਵੀ ਆਪਣੀ ਗੱਲਾਂ ਦੇ ਵਿੱਚ ਕੀਤੀ ਹੈ। ਹਾਲਾਂਕਿ ਇਹਨਾਂ ਗੱਲਾਂ ਦੇ ਜਵਾਬ ਦੇ ਵਿੱਚ ਸਰਕਾਰ ਦੀ ਤਰਫੋਂ ਕੁਝ ਨਹੀਂ ਹੈ। ਉਹ ਕਿੰਨੂਆਂ ਦੇ ਹਰ ਉਹਨਾਂ ਦੇ ਬਾਗ ਦੇ ਇੱਕ ਇੱਕ ਕਿੰਨੂ ਦੀ ਗੱਲ ਤੇ ਕਰਦੇ ਨੇ, ਉਹ ਕਿੰਨੂਆਂ ਨੂੰ ਖੋਲ ਕੇ ਕਿੰਨੀ ਫਾੜੀ ਹੈ ਕੋਈ ਹੈਗਾ, ਉਹ ਚੀਜ਼ਾਂ ਹਜੇ ਤੱਕ ਨਹੀਂ ਦਿਖਾਈ ਆ। ਔਰ ਲੱਗਦਾ ਹੈ ਕਿਉਂਕਿ ਜਿਸ ਤਰੀਕੇ ਨਾਲ ਪੋਲੀਟੀਕਲੀ ਇਹ ਗੱਲ ਅੱਗੇ ਵੱਧ ਰਹੀ ਹੈ ਤੇ ਮਨਪ੍ਰੀਤ ਬਾਦਲ ਉਹਨਾਂ ਦੇ ਕਲੇਮ ਦੇ ਉੱਤੇ ਕਾਊਂਟਰ ਕਲੇਮ ਬੜੀ ਛੇਤੀ ਸਰਕਾਰੀ ਤੌਰ ਤੇ ਵੀ ਆ ਸਕਦੇ। ਇੰਦਰਪ੍ਰੀਤ ਜੀ, ਇਹਦੇ ਚ ਸ਼ਾਮਲ ਹੋ ਕੇ ਥੋੜਾ ਜਿਹਾ ਤੱਥ ਹੋਰ ਤਸਦੀਕ ਕਰੋ, ਥੋੜੇ ਕਲੀਅਰ ਕਰੋ ਕਿ ਜਿਸ ਤਰੀਕੇ ਨਾਲ ਮਨਪ੍ਰੀਤ ਬਾਦਲ ਵੱਲੋਂ ਆਪਣੀ ਸਫਾਈ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਖਬਰਾਂ ਛਣ ਕੇ ਬਾਹਰ ਆ ਰਹੀਆਂ ਸੀ ਕਿ ਆਹ ਕੁਝ ਬੇਨਿਯਮੀਆਂ ਦਿਸ ਰਹੀਆਂ। ਬੇਨਿਯਮੀਆਂ ਦੇ ਵਿੱਚ ਤਾਂ ਸਰਕਾਰ ਦੇ ਆਪਣੇ ਉਸ ਵੇਲੇ ਦੇ ਅਧਿਕਾਰੀਆਂ ਤੇ ਵੀ ਬਿਲਕੁਲ ਨਜ਼ਰ ਆਉਂਦੀ ਹੋਊਗੀ, ਨਜ਼ਲਾ ਡਿੱਗਣ ਦੀ ਗੱਲ ਹੈ ਕਿ ਕਿੰਨਾ ਨੇ ਇਸ ਤਰ੍ਹਾਂ ਦਾ ਪ੍ਰਬੰਧ ਬਣਾਇਆ ਜਿਹਦੇ ਵਿੱਚੋਂ ਮਨਪ੍ਰੀਤ ਬਾਦਲ ਨੂੰ ਫਾਇਦਾ ਮਿਲਦਾ ਦਿਸ ਰਿਹਾ। ਮਨਪ੍ਰੀਤ ਬਾਦਲ ਇਸ ਫਾਇਦੇ ਦੇ ਵਿੱਚ ਸਾਫ਼ ਕਰ ਰਿਹਾ ਕਿ ਮੈਂ ਕੋਈ ਸਾਹਿਬ ਪਾਸੇ ਨਹੀਂ ਗਿਆ ਨਿਯਮਾਂ ਤੋਂ, ਤੇ ਮੈਂ ਤਾਂ ਪੈਸੇ ਦੇ ਕੇ ਲਈਆਂ ਚੀਜ਼ਾਂ ਔਰ ਚਿੱਟੇ ਦਿਨ 'ਚ ਲਈਆਂ ਨੇ, ਔਰ ਮੈਂ ਜਿਹੜਾ ਇਹ 2012 ਸੱਤਾ 'ਚ ਵੀ ਨਹੀਂ ਸੀ, ਔਰ ਪਤਾ ਲੱਗਿਆ ਵੀ 2013 'ਚ ਜਿਹੜਾ ਉਹ ਟ੍ਰਾਂਸਫਰ ਹੋਈ ਆ, ਕੀ ਕਹਿੰਦੇ ਹੁੰਦੇ ਆ ਜੀ, CLU, ਉਹ 13 'ਚ ਹੋਇਆ ਜੀ। ਇਹ ਸਾਰੀਆਂ ਗੱਲਾਂ ਤੇ ਅੱਜ ਦੇ ਦਿਨ ਦੇ ਵਿੱਚ ਮਤਲਬ ਉਹ ਥੋੜਾ ਤਸਦੀਕ ਹੋਣਾ ਅਜੇ ਬਾਕੀ ਆ, ਜਿਹੜਾ ਕੱਲ ਛਾਇਆ ਹੋਇਆ ਸੀ ਕਿ ਉਹਨਾਂ ਨੇ ਰਜਿਸਟਰੀ ਘੱਟ ਰੇਟ ਤੇ ਕਰਾਈ ਹੈ, ਜਿੰਨੇ ਦੀ ਬੋਲੀ ਹੋਈ ਸੀ ਉਹ ਤੋਂ ਘੱਟ ਰੇਟ 'ਚ ਕਰਾਈ ਹੈ, ਔਰ ਮਨਪ੍ਰੀਤ ਬਾਦਲ ਸ਼ਾਇਦ ਅਵੇਲੇਬਲ ਨਹੀਂ ਹੋਏ। ਭਾਸਕਰ ਸਾਹਿਬ, ਤੁਸੀਂ ਉਹਨਾਂ ਨਾਲ ਗੱਲ ਕਰਨ ਦਾ ਯਤਨ ਕੀਤਾ? ਜੀ ਬਿਲਕੁਲ, ਮੇਰੇ ਕੋਲ ਜਿੰਨੇ ਵੀ ਨੰਬਰ ਸੀਗੇ ਮਨਪ੍ਰੀਤ ਬਾਦਲ ਉਹਨਾਂ ਦੇ ਘੱਟ ਤੋਂ ਘੱਟ 3 ਤੋਂ 4 ਨੰਬਰ ਸੀਗੇ, ਸਾਰੇ ਨੰਬਰਾਂ ਦੇ ਉੱਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹਨਾਂ ਨੰਬਰਾਂ ਦੇ ਉੱਤੇ ਮਨਪ੍ਰੀਤ ਬਾਦਲ ਉਹਨਾਂ ਨਾਲ ਮੇਰੀ ਕਈ ਵਾਰ ਗੱਲ ਵੀ ਹੋਈ ਹੈ, ਪਰ ਅੱਜ ਉਹ ਨੰਬਰ ਉਹ ਚੱਕ ਨਹੀਂ ਰਹੇ। ਕਾਰਨ ਕੀ ਹੈ ਪਤਾ ਨਹੀਂ, ਹੋ ਸਕਦਾ ਸਾਡੇ ਤੋਂ ਨਾਰਾਜ਼ ਹੋਣ ਕਿਉਂਕਿ ਅਸੀਂ ਇਨਵੈਸਟੀਗੇਸ਼ਨ ਨੂੰ ਉਸ ਤਰੀਕੇ ਨਾਲ ਹੀ ਜਿੱਦਾਂ ਜਿੱਦਾਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਅੱਗੇ ਵਧਾ ਰਹੇ ਹਾਂ, ਲੇਕਿਨ ਕਈ ਵਾਰ ਉਹਨਾਂ ਦਾ ਪੱਖ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਕਰਕੇ ਅੱਜ ਫੋਨ ਕੀਤੇ ਗਏ ਪਰ ਉਹਨਾਂ ਨੇ ਇਹ ਫੋਨ ਨਹੀਂ ਚੁੱਕੇ। ਚੰਗਾ ਹੁੰਦਾ ਉਹ ਫੋਨ ਚੁੱਕਦੇ ਤੇ ਸਾਨੂੰ ਆਪਣਾ ਪੱਖ ਸਹੀ ਤਰੀਕੇ ਨਾਲ ਦੱਸਦੇ ਔਰ ਅਸੀਂ ਉਸ ਪੱਖ ਨੂੰ ਅੱਗੇ ਉਸ ਤਰੀਕੇ ਨਾਲ ਹੀ ਤੋਰਦੇ। ਜੀ ਇੰਦਰਪ੍ਰੀਤ ਜੀ, ਬਿਲਕੁਲ ਭਾਸਕਰ ਸਾਹਿਬ ਨੇ ਠੀਕ ਕਿਹਾ ਕਿ ਕਿਸੇ ਵੀ ਰਿਪੋਰਟਰ ਦਾ ਪਹਿਲਾ ਫਰਜ਼ ਇਹ ਹੁੰਦਾ ਕਿ ਉਹ ਇੱਕ ਤਰਫਾ ਕੋਈ ਖਬਰਾਂ ਨਾ ਕਰੇ, ਜਿਹਦਾ ਜੋ ਕੋਈ ਐਲੀਗੇਸ਼ਨ ਹੈ ਜਾਂ ਕੋਈ ਅਨਿਯਮਿਤਤਾਵਾਂ ਉਹਦੀਆਂ ਸਾਹਮਣੇ ਤੇ ਉਹਦਾ ਪੱਖ ਜ਼ਰੂਰ ਜਾਣਨ। ਇਹ ਮਨਪ੍ਰੀਤ ਬਾਦਲ ਹੋਰਾਂ ਦੀ ਅੱਜ ਤੋਂ ਨਹੀਂ, ਜਦੋਂ ਮਿਨਿਸਟਰ ਵੀ ਸੀ ਮੈਂ ਉਦੋਂ ਵੀ ਦੇਖਿਆ ਉਹਨਾਂ ਦੀ ਬਹੁਤ ਇੱਕ ਉਹਨਾਂ 'ਚ ਇੱਕ ਖਾਮੀ ਸੀਗੀ ਕਿ ਕਦੇ ਵੀ ਉਹ ਫੋਨ ਨਹੀਂ ਸੀ ਚੱਕਦੇ ਜਾਂ ਫੋਨ ਦੇ ਉੱਤੇ ਜਵਾਬ ਨਹੀਂ ਸੀ ਦਿੰਦੇ। ਬਹੁਤ ਘੱਟ ਚਾਂਸ ਇੱਦਾਂ ਦੇ ਹੋਏ ਨੇ, ਕਦੀ ਤੁਹਾਡੀ ਹੋਈ ਕਿਸਮਤ ਚੰਗੀ ਹੋਈ ਕਿ ਉਹਨਾਂ ਨੇ ਤੁਹਾਨੂੰ ਉਹਦਾ ਤੁਹਾਡਾ ਫੋਨ ਚੱਕ ਲਿਆ। ਅਦਰਵਾਈਜ਼ ਇਸ ਕਿਸਮ ਦੇ ਇਸ਼ੂਜ਼ ਦੇ ਉੱਤੇ ਫਿਰ ਜਦੋਂ ਪੋਲੀਟੀਕਲ ਬੰਦਾ ਇਹ ਕਹਿੰਦਾ ਹੈ ਕਿ ਜੀ ਮੇਰੇ ਤੇ ਤੁਸੀਂ ਲਾਂਛਨ ਲਾਈ ਜਾ ਰਹੇ ਹੋ, ਇਹ ਬੇਫਜ਼ੂਲ ਨੇ, ਤਾਂ ਫਿਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਜਦੋਂ ਵੀ ਇਸ ਕਿਸਮ ਦਾ ਕੇਸ ਆਉਂਦਾ, ਦੇਖੋ ਪੱਤਰਕਾਰ ਦੀ ਤਾਂ ਇਹ ਡਿਊਟੀ ਹੈ, ਉਹਨੇ ਤੇ ਖਬਰ ਕਰਨੀ ਹੈ, ਤੇ ਜੇ ਉਹ ਕਰਨੀ ਹੈ ਤਾਂ ਉਹਦਾ ਪੱਖ ਜਾਣਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਤੇ ਜੇ ਤੁਸੀਂ ਹੁਣ ਔਰ ਕਿੰਨੀ ਕੁ ਕੋਸ਼ਿਸ਼ ਕਰੇ ਉਹ, ਤੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਕੰਪੀਟੀਸ਼ਨ ਦਾ ਦੌਰ ਹੈ, ਸਾਰੇ ਇੱਕ ਦੂਜੇ ਤੋਂ ਵੱਧ ਕੇ ਖਬਰ ਅੱਗੇ ਨਿਕਲ ਕੇ ਕਰਨਾ ਚਾਹੁੰਦੇ ਹੁੰਦੇ ਆ। ਉਸ ਦੇ ਵਿੱਚ ਤਾਂ ਅਸੀਂ ਤਾਂ ਸਾਡੇ ਵੱਲੋਂ ਤਾਂ ਕੋਸ਼ਿਸ਼ਾਂ ਰਹਿੰਦੀਆਂ ਨੇ ਕਿ ਅਸੀਂ ਉਹਨਾਂ ਦਾ ਪੱਖ ਜਾਣੀਏ ਤੇ ਉਹਨਾਂ ਦਾ ਵੀ ਓਨਾ ਹੀ ਪੱਖ ਉਹਦੇ ਵਿੱਚ ਖਬਰ ਦੇ ਵਿੱਚ ਆਏ ਜਿੰਨਾ ਉਹਨਾਂ ਤੇ ਐਲੀਗੇਸ਼ਨਸ ਆ ਰਹੇ ਆ। ਸੋ ਇਹ ਆਪਾਂ ਗੱਲ ਜਿਹੜੀ ਹੈਗੀ ਆ ਉਹਦੀ ਕਰ ਰਹੇ। ਦੂਜੀ ਗੱਲ ਜਿਹੜੀ ਤੁਸੀਂ ਪਹਿਲਾਂ ਕੀਤੀ ਸੀ ਕਿ ਤੁਹਾਡੀ ਉਹ ਗੱਲ ਮੈਨੂੰ ਬਹੁਤ ਜੱਚੀ ਰੰਧਾਵਾ ਸਾਹਿਬ, ਜਿਹੜੀ ਤੁਸੀਂ ਇਹ ਕਿਹਾ ਕਿ ਇਸ ਕਿਸਮ ਦਾ ਐਦਾਂ ਤਾਂ ਨਹੀਂ ਹੋ ਸਕਦਾ ਵੀ ਇਹ ਇਸ ਇਕੱਲੇ ਮਨਪ੍ਰੀਤ ਦੀ ਇਨਵੋਲਵਮੈਂਟ ਹੋਵੇ, ਪ੍ਰਸ਼ਾਸਨਿਕ ਅਧਿਕਾਰੀ ਵੀ ਲਾਜ਼ਮੀ ਤੌਰ ਤੇ ਇਹਦੇ ਵਿੱਚ ਇਨਵੋਲਵ ਹੋਣਗੇ। ਹਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਉੱਤੇ ਹੱਥ ਕਿਉਂ ਨਹੀਂ ਪਾਇਆ ਗਿਆ, ਇਹ ਵੀ ਇੱਕ ਵੱਡੇ ਸਵਾਲ ਖੜੇ ਆ। ਕਿਹਨਾਂ ਦੇ ਕਹਿਣ ਦੇ ਉੱਤੇ ਜਿਹੜਾ ਹੈਗਾ ਇਹ ਜਿਹੜਾ ਕਮਰਸ਼ੀਅਲ ਪਲਾਟ ਸੀ ਉਹ ਰੈਜ਼ੀਡੈਂਸ਼ੀਅਲ ਮਤਲਬ ਉਹ ਕਨਵਰਟ ਕੀਤਾ ਗਿਆ। ਫਿਰ ਇਹ ਸਾਰੀ ਜਿਹੜੀ ਵਿਉਂਤਬੰਦੀ ਹੈ, ਜਿਸ ਤਰ੍ਹਾਂ ਦੀ ਇਹ ਜਿਸ ਤਰੀਕੇ ਨਾਲ ਇਹ ਲਿੱਤਾ ਗਿਆ ਪਲਾਟ ਮਨਪ੍ਰੀਤ ਬਾਦਲ ਵੱਲੋਂ, ਉਹ ਸਾਰੀ ਕਿਸ ਤਰ੍ਹਾਂ ਰਚਿਆ ਗਿਆ ਵੀ 9 ਦਿਨ ਤੁਸੀਂ ਪਾਓ ਹੀ ਨਾ ਉਹਦੇ ਉੱਤੇ ਨਕਸ਼ੇ ਦੇ ਉੱਤੇ, ਤੁਹਾਡਾ ਪਲਾਟ ਨੰਬਰ ਹੀ ਨਹੀਂ ਹੈ, ਮੈਨੂੰ ਕਿਵੇਂ ਪਤਾ ਚੱਲੂਗਾ ਮੈਂ ਕਿਸ ਲਈ ਬੋਲੀ ਦੇ ਰਿਹਾ, ਔਰ ਲੱਖਾਂ ਰੁਪਏ ਦੀ ਉੱਥੇ ਦਾ ਪਲਾਟ ਹੈ ਇਹ, ਤੇ ਮੈਂ ਕਿਉਂ ਆਪਣੀ ਇਨਵੈਸਟਮੈਂਟ ਜਿਹੜੀ ਆ ਖੂਹ 'ਚ ਸਿੱਟੂੰਗਾ ਜਦੋਂ ਮੈਨੂੰ ਪਤਾ ਹੀ ਨਹੀਂ ਹੈ ਕਿ ਪਲਾਟ ਹੈ ਕਿੱਥੇ ਹੈ, ਕਿੰਨਾ ਡੂੰਘਾ ਹੈ, ਮੈਨੂੰ ਕਿੰਨੇ ਹੋਰ
ਉਹ ਕੰਮ ਕਰ ਮਿੱਟੀ ਮੁੱਟੀ ਪਵਾਉਣ ਤੇ ਕੰਮ ਕਰਨਾ ਪੈਣਾ। ਸਭ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਉਹਦੇ ਉੱਤੇ ਕੋਈ ਜਿਹੜੀਆਂ ਹਾਇਰ ਐਕਸਟੈਂਸ਼ਨ ਵਾਇਰ ਤਾਂ ਨਹੀਂ ਜਾ ਰਹੀਆਂ। ਮੈਂ ਦੇਖੂੰਗਾ ਨਾ, ਅਗਰ ਮੈਂ ਉਸ ਤੇ ਪੈਸੇ ਲਗਾਣੇ ਆ ਤਾਂ ਇਹ ਚੀਜ਼ਾਂ ਉਦੋਂ ਹੋਣਗੀਆਂ ਜਦੋਂ ਨਕਸ਼ੇ ਦੇ ਵਿੱਚ ਉਹਦਾ ਨੰਬਰ ਆਏਗਾ। ਇਹਦਾ ਮਤਲਬ ਕਿ ਜਾਣਬੁੱਝ ਕੇ ਉਹ ਨੰਬਰ ਨਹੀਂ ਰੱਖੇਗੇ। ਬਹੁਤ ਸਾਰੀਆਂ ਦੇਖੋ ਇਹ ਸਵਾਲ ਨੇ। ਮੈਨੂੰ ਕੱਲ ਇੱਕ ਬਹੁਤ ਕਰੀਬੀ ਮੇਰੇ ਦੋਸਤ ਉਹਨਾਂ ਮੈਨੂੰ ਕਹਿ ਰਹੇ ਸੀ ਕਿ ਉਹਨਾਂ ਨੇ ਮਨਪ੍ਰੀਤ ਬਾਦਲ ਹੋਰਾਂ ਦੇ ਜਿਹੜੇ ਵਕੀਲ ਨੇ, ਜਿਹੜੇ ਇਸ ਕੇਸ ਨੂੰ ਹੈਂਡਲ ਕਰ ਰਹੇ ਆ, ਉਹ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਤੇ ਉਹ ਲੱਗ ਰਿਹਾ ਵੀ ਇਹ ਕੇਸ ਦੇ ਵਿੱਚ ਕੁਝ ਨਹੀਂ ਹੈ। ਮੈਂ ਕਿਹਾ ਜੀ ਜੇ ਕੁਝ ਨਹੀਂ ਹੈ ਤਾਂ ਮਨਪ੍ਰੀਤ ਬਾਦਲ ਨੂੰ ਆ ਕੇ ਕਲੈਰਿਟੀ ਦੇਣੀ ਚਾਹੀਦੀ ਹੈ ਵੀ ਆਹ ਹੈ, ਅਖਬਾਰਾਂ ਦੇ ਵਿੱਚ ਤੁਹਾਡੇ ਤੇ ਐਲੀਗੇਸ਼ਨਸ ਲੱਗੇ ਹੈ, ਵਿਜੀਲੈਂਸ ਵਾਲੇ ਵੀ ਇਹ ਕਾਰਵਾਈ ਹੋ ਸਕਦਾ, ਵਿਲੇਜ ਵਿਜੀਲੈਂਸ ਵਾਲੇ ਛੋਟੀਆਂ ਚੀਜ਼ਾਂ ਲੀਕ ਕਰ ਰਹੇ ਹੋਣ, ਕੁਝ ਵੀ ਹੋ ਸਕਦਾ, ਪਰ ਤੁਹਾਡਾ ਵੀ ਤਾਂ ਫਿਰ ਨੈਤਿਕ ਫਰਜ਼ ਬਣਦਾ ਹੈ ਨਾ ਕਿ ਤੁਸੀਂ ਆ ਕੇ ਉਸ ਦੇ ਜਵਾਬ ਦਿਓ। ਤਾਂ ਜੇ ਕੋਈ ਪੱਤਰਕਾਰ ਫਿਰ ਇਹ ਖਬਰਾਂ ਕਰਦਾ ਹੈ ਤਾਂ ਫਿਰ ਤੁਹਾਨੂੰ ਉਹਨਾਂ ਨੂੰ ਕਹਿਣ ਦਾ ਤਾਂ ਕੋਈ ਹੱਕ ਹੀ ਨਹੀਂ ਹੈ, ਕਿਉਂਕਿ ਜੋ ਬਾਰ-ਬਾਰ ਨੌਕ ਕਰਨ ਦੇ ਬਾਵਜੂਦ ਤੁਸੀਂ ਉਹਨਾਂ ਦਾ ਜਵਾਬ ਹੀ ਨਹੀਂ ਦੇ ਰਹੇ ਹੋ, ਤਾਂ ਫਿਰ ਜਦੋਂ ਤੁਹਾਨੂੰ ਤੁਸੀਂ ਕੱਲ ਨੂੰ ਇਹ ਕਿਵੇਂ ਕਹੋਗੇ ਕਿ ਯਾਰ ਪੱਤਰਕਾਰ ਨੇ ਮੇਰੇ ਤੋਂ ਜਿਹੜਾ ਹੈਗਾ ਮੇਰਾ ਪੱਖ ਨਹੀਂ ਜਾਣਿਆ। ਮੈਨੂੰ ਲੱਗਦਾ ਹੈ ਕਿ ਬਹੁਤ ਬਿਹਤਰ ਹੋਊਗਾ। ਅਸੀਂ ਵੈਸੇ ਕੱਲ ਵੀ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਜਦੋਂ ਉਹਨਾਂ ਨਾਲ ਰਾਬਤਾ ਕਰਨ ਦਾ ਯਤਨ ਕੀਤਾ ਸੀ। ਇਹ ਗੱਲ ਸਭ ਤੋਂ ਅਹਿਮ ਪਹਿਲੂ ਸੀਗਾ ਕਿ ਜੇਕਰ ਮਨਪ੍ਰੀਤ ਬਾਦਲ ਆਪ ਜਾਂ ਉਹਨਾਂ ਵੱਲੋਂ ਕੋਈ ਵਿਅਕਤੀ ਜਿੰਨੇ ਤੱਥ ਨੇ ਇਸ ਮਾਮਲੇ 'ਚ, ਕਿਉਂਕਿ ਜਦੋਂ ਕੋਈ ਅਲਾਟਮੈਂਟ ਅਸੀਂ ਲਈ ਹੈ, ਕਿਸੇ ਤਰੀਕੇ ਦਾ ਕੁਝ ਖਰੀਦ ਵੇਚ ਕੀਤਾ ਹੈ, ਉਹਦੇ ਦਸਤਾਵੇਜ਼ ਤਾਂ ਰੱਖੇ ਹੁੰਦੇ ਆ। ਸਾਰੇ ਦਸਤਾਵੇਜ਼ ਤਬਾਹ ਤਾਂ ਹੁੰਦੇ ਨਹੀਂ, ਉਹ ਤਾਂ ਰਿਕਾਰਡ 'ਚੋਂ ਵੀ ਲਏ ਜਾ ਸਕਦੇ ਆ। ਜਿਹੜੇ ਰਿਕਾਰਡ ਤੋਂ ਵਿਜੀਲੈਂਸ ਅੱਗੇ ਵੱਧ ਰਹੀ ਹੋਊਗੀ, ਕਿਉਂਕਿ ਕੋਈ ਕੱਚੀਆਂ ਗੋਲੀਆਂ ਤਾਂ ਖੇਡਿਆ ਨਹੀਂ ਕਿ ਏਡੇ ਓਨੈਸਟ ਬੰਦੇ ਨੂੰ ਉਹ ਸਾਹਮਣੇ ਖੜਾ ਕਰ ਲੇ ਜਾਂ ਉਹਨੂੰ ਸੱਦ ਲੇ। ਇਹਦਾ ਮਤਲਬ ਹੈ ਕਿ ਜੇ ਮਨਪ੍ਰੀਤ ਬਾਦਲ ਉਹ ਸਾਰੇ ਦਸਤਾਵੇਜ਼ ਸਾਹਮਣੇ ਰੱਖ ਦੇਣ ਤਾਂ ਮੇਰਾ ਖਿਆਲ ਹੈ ਬਾਕੀ ਤਸਵੀਰ ਖੁੱਲ ਜਾਊਗੀ, ਸਾਰਾ ਦਾ ਸਾਰਾ ਮਾਮਲਾ ਖੁੱਲ ਜਾਊਗਾ। ਫਿਰ ਮਾਮਲਾ ਵਿਜੀਲੈਂਸ ਦੇ ਸਾਹਮਣੇ ਖੜਾ ਹੋ ਜਾਊਗਾ ਕਿ ਉਹਨਾਂ ਨੇ ਕੀ ਜਸਟੀਫਾਈ ਕਰਨਾ ਹੈ ਕਿ ਉਹ ਜਾਂਚ ਕੀ ਕਰ ਰਹੇ। ਜੇਕਰ ਮਨਪ੍ਰੀਤ ਬਾਦਲ ਇਹ ਕਹਿ ਰਹੇ ਨੇ ਕਿ 10 ਸਾਲ ਤੱਕ ਉਹਦਾ ਕੁਝ ਨਹੀਂ ਬਣਿਆ ਕਿਉਂਕਿ ਉਹ ਕਮਰਸ਼ੀਅਲ ਸੀ, ਉਹ ਕਮਰਸ਼ੀਅਲ ਕੋ ਲੈਣ ਹੀ ਨਹੀਂ ਆਇਆ, 10 ਸਾਲ ਪਏ ਰਹੇ, ਉਹਦਾ ਕੋਈ ਖਰੀਦਦਾਰ ਨਹੀਂ ਸੀ, ਇਸ ਕਰਕੇ ਉਹਨੂੰ ਰੈਜ਼ੀਡੈਂਸ਼ੀਅਲ 'ਚ ਇਹਨਾਂ ਨੇ ਬਦਲਿਆ, ਔਰ ਜਦੋਂ ਉਹਨਾਂ ਬਦਲਿਆ ਤੇ ਫਿਰ ਮੈਨੂੰ ਲੱਗਿਆ ਕਿ ਮੈਨੂੰ ਵੀ ਲੋੜ ਆ ਤੇ ਮੈਂ ਉਸ ਰੇਟ ਤੇ ਲੈ ਲੇ। ਜੇਕਰ ਜਿਹੜੀਆਂ ਚੀਜ਼ਾਂ ਹੋਈਆਂ ਔਨ ਰਿਕਾਰਡ ਹੋਈਆਂ, ਮਨਪ੍ਰੀਤ ਬਾਦਲ ਉਹ ਸਾਰੀਆਂ ਸਪਸ਼ਟ ਕਰ ਦੇਣ, ਉਹ ਇਹ ਕਹਿ ਕੇ ਕਿ ਮੈਂ ਇੱਕ ਪੈਸੇ ਦਾ ਰਵਾਦਾਰ ਨਹੀਂ, ਜੇ ਤੱਥ ਅੱਗੇ ਰੱਖ ਦੇਣ ਤਾਂ ਮੀਡੀਆ ਉਹਨਾਂ ਤੱਥਾਂ ਦੇ ਨਾਲ ਅੱਗੇ ਵਧੂਗਾ। ਭਾਸਕਰ ਸਾਹਿਬ, ਇੰਦਰਪ੍ਰੀਤ ਜੀ, ਵੈਸੇ ਇੱਕ ਬਹੁਤ ਕਾਹਲੀ ਦੇ ਵਿੱਚ ਮੈਨੂੰ ਜਿਹੜੀ ਕੱਲ ਕੈਬਨਿਟ ਦੇ ਵਿੱਚ ਮਾਮਲੇ ਆਏ ਆ, ਉਹਨਾਂ ਚੋਂ ਸਭ ਤੋਂ ਅਹਿਮ ਮਾਮਲੇ ਨਾਲ ਖਾਸ ਤੌਰ ਤੇ ਜਿਹੜੀ ਕ੍ਰਸ਼ਿੰਗ ਨਾਲ ਸੰਬੰਧਿਤ ਹੈ, ਕ੍ਰਸ਼ਰ ਪਾਲਿਸੀ ਦਾ ਗੱਲ ਹੋ ਰਹੀ ਹੈ, ਰੇਤਾ ਬਜਰੀ ਸਸਤਾ ਹੋ ਜਾਊਗਾ, ਉਹਦੇ ਨਾਲ ਇੱਕ ਵਾਰੀ ਸਾਂਝ ਪਵਾ ਦਿਓ। ਵੈਸੇ ਤਾਂ ਖੇਡ ਨੀਤੀ ਦੀ ਵੀ ਗੱਲ ਹੋਈ ਹੈ, ਫਿਰ ਮੈਂ ਭਾਸਕਰ ਸਾਹਿਬ ਤੋਂ ਕੌਮੀ ਰਾਜਨੀਤੀ ਵੱਲ ਆਖਰੀ ਕਮੈਂਟ ਲੈ ਕੇ ਖਤਮ ਕਰਾਂਗਾ। ਜੀ, ਦੋਨੋਂ ਖਬਰਾਂ ਦੇ ਉੱਤੇ ਅਸੀਂ ਗੱਲ ਕਰ ਲੈਂਦੇ ਹਾਂ, ਜਿਹੜੀ ਮਤਲਬ ਖਾਸ ਕ੍ਰਸ਼ਰ ਪਾਲਿਸੀ ਔਰ ਐਕਸਪੋਰਟਸ ਪਾਲਿਸੀ। ਫੈਸਲੇ ਤਾਂ ਹੋਰ ਵੀ ਬਹੁਤ ਹੋਏ, ਲੇਕਿਨ ਇਹ ਦੋ ਕਿਉਂਕਿ ਬਹੁਤ ਇੰਪੋਰਟੈਂਟ ਨੇ, ਔਰ ਡੋਰ ਟੂ ਡੋਰ ਵਾਲਾ ਜਿਹੜਾ ਰਾਸ਼ਨ ਵੰਡਣ ਵਾਲਾ ਸੀ ਉਹ ਅਸੀਂ ਆਲਰੇਡੀ ਕੱਲ ਡਿਸਕਸ ਕਰ ਚੁੱਕੇ ਹਾਂ, ਇਸ ਕਰਕੇ ਮੈਂ ਉਹਨਾਂ ਦੇ ਵਿੱਚ ਨਹੀਂ ਜਾਊਂਗਾ। ਇਹ ਜਿਹੜੇ ਕ੍ਰਸ਼ਰ ਪਾਲਿਸੀ ਕਿਉਂਕਿ ਸਾਡੇ ਲਈ ਬੜੀ ਇੰਪੋਰਟੈਂਟ ਹੈ। ਦੇਖੋ, ਕ੍ਰਸ਼ਰ ਪਾਲਿਸੀ ਦੇ ਵਿੱਚ ਹਮੇਸ਼ਾ ਹੀ ਤੋਂ ਇਹ ਹੁੰਦਾ ਕਿ ਸਰਕਾਰ ਨੇ ਇਹ ਲਗਾਇਆ ਹੋਇਆ ਵੀ ਪਰ ਜਿਹੜਾ ਟਿੱਪਰ ਹੈ ਜਾਂ ਕਿੰਨਾ ਉਹਦੇ ਕੀ ਰੇਟਸ ਹੋਣਗੇ ਉਹ ਸਰਕਾਰ ਨੇ ਤੈਅ ਕੀਤੇ ਹੋਏ ਨੇ, ਪਰ ਇਹਦੇ 'ਚ ਪੈਦਾ ਕਿੰਨਾ ਹੁੰਦਾ ਇਹ ਕੋਈ ਤੈਅ ਨਹੀਂ ਸੀਗਾ। ਬਹੁਤ ਸਾਰੇ ਬੰਦੇ ਇੱਦਾਂ ਵੀ ਕੱਢੀ ਜਾਂਦੇ ਸੀ। ਤਾਂ ਹੁਣ ਕੱਲ ਇਹ ਇੱਕ ਕੀਤੀ ਹੈ ਜਿਹੜਾ ਪਾਲਿਸੀ ਦੇ ਵਿੱਚ, ਇਹ ਇੱਕ ਤਾਂ ਉਹਨੂੰ ਦੋ ਹਿੱਸਿਆਂ 'ਚ ਵੰਡਦਾ ਹੈ। ਇੱਕ ਤਾਂ ਉਹ ਜਿਹੜੀ ਚੀਜ਼ ਪਬਲਿਕ ਨੂੰ ਚਾਹੀਦੀ ਹੈ, ਇੱਕ ਉਹ ਇਹੀ ਕ੍ਰਸ਼ਰ ਜਿਹੜਾ ਵੱਡੇ ਕੰਮਾਂ 'ਚ ਲੱਗਦਾ, ਸਪੋਜ਼ ਸੜਕਾਂ ਦੇ ਵਿੱਚ ਲੱਗਿਆ ਜਾਂ ਵੱਡੇ ਜਿਹੜੇ ਡੈਮ ਬਣ ਰਹੇ ਨੇ ਜਾਂ ਕੁਝ ਵੀ ਹੈ, ਇਹਨਾਂ ਦੀਆਂ ਚੀਜ਼ਾਂ ਦੇ ਉੱਥੇ ਲੱਗਦਾ ਹੈ, ਉਹਦੇ ਲਈ ਅਲੱਗ ਤੋਂ ਰੇਟ ਹੋਣਗੇ, ਇਹਦੇ ਲਈ ਅਲੱਗ ਤੋਂ ਰੇਟ ਹੋਣਗੇ। ਮੈਨੂੰ ਲੱਗਦਾ ਜਦੋਂ ਰੂਲਸ ਬਣਨਗੇ ਉਦੋਂ ਇਹ ਸਾਰੇ ਰੇਟਸ ਵਗੈਰਾ ਵੀ ਤੈਅ ਹੋ ਕੇ ਬਾਹਰ ਆ ਜਾਣਗੇ। ਪਰ ਸਰਕਾਰ ਨੇ ਜਿਹੜਾ ਇਹ ਕਿਹਾ ਵੀ ਅਸੀਂ ਕਿੰਨਾ ਪੈਦਾਵਾਰ ਹੋਗੀ, ਅਸੀਂ ਉਤਪਾਦਨ ਹੋਊਗਾ, ਇਹਦੇ ਤੇ ਨਿਗਾਹ ਸਾਡੀ ਰਹੂਗੀ। ਉਹਦੇ ਲਈ ਅਸੀਂ ਇਹਨੂੰ ਬਿਜਲੀ ਦੇ ਬਿੱਲ ਨਾਲ ਜੋੜਾਂਗੇ। ਯਾਨੀ ਕਿ ਹੁਣ ਇੱਕ ਕ੍ਰਸ਼ਰ ਜਿਹੜਾ ਹੈਗਾ, ਜਿੰਨਾ ਉਹਦਾ ਮੀਟਰ ਚੱਲੂਗਾ ਉਹਦੇ ਅਨੁਸਾਰ ਹੋਊਗਾ। ਉਹਦਾ ਕੀ ਹੋਊਗਾ ਇਹ ਤੈਅ ਕਰਨਾ ਬਾਕੀ ਆ ਜੇ ਕਿ ਕਿਸ ਤਰ੍ਹਾਂ ਇਹ ਕਰਨਗੇ, ਕਿਉਂਕਿ ਕੱਲ ਅਜੇ ਉਹਦੇ ਵਿੱਚ ਜਿਹੜਾ ਇਹਨਾਂ ਨੇ ਪ੍ਰੈਸ ਨੋਟ ਭੇਜਿਆ ਉਹਦੇ ਵਿੱਚ ਤਾਂ ਇਹ ਕਲੈਰਿਟੀਆਂ ਨਹੀਂ ਹੈਗੀਆਂ। ਇਹ ਕਈ ਵਾਰ ਰੂਲਸ ਜਦੋਂ ਉਸ ਤੋਂ ਬਾਅਦ ਬਣਦੇ ਆ, ਇੱਕ ਐਕਟ ਬਣਨ ਤੋਂ ਬਾਅਦ ਰੂਲਸ ਬਣਦੇ ਆ, ਫਿਰ ਉਸ ਤੋਂ ਬਾਅਦ ਚੀਜ਼ਾਂ ਬਹੁਤ ਡਿਫਾਈਨ ਹੁੰਦੀਆਂ ਅੱਗੇ ਇਹ ਉਸ ਤੋਂ ਬਾਅਦ ਆਉਣਗੀਆਂ। ਦੂਜੀ ਗੱਲ ਸੀਗੀ ਸਪੋਰਟਸ ਪਾਲਿਸੀ, ਇਹ ਬੜੀ ਇੰਪੋਰਟੈਂਟ ਹੈ। ਦੇਖੋ ਰੰਧਾਵਾ ਸਾਹਿਬ, ਮੈਨੂੰ ਲੱਗਦਾ ਕਿ ਪੰਜਾਬ ਕਿਸੇ ਟਾਈਮ ਸਪੋਰਟਸ ਨੂੰ ਲੈ ਕੇ ਮਤਲਬ ਪੂਰੇ ਕੰਟਰੀ ਦੇ ਵਿੱਚ ਸ਼ਾਇਦ ਸਭ ਤੋਂ ਮੂਹਰਲੀ ਕਰਤਾਰ ਵਾਲਾ ਜਿਹੜਾ ਇੱਕ ਸੂਬਾ ਸੀ, ਤੇ ਜੋ ਅੱਜ ਮੈਨੂੰ ਲੱਗਦਾ ਕਿ ਬਹੁਤ ਪਿਛਲੀ ਕਤਾਰਾਂ ਦੇ ਵਿੱਚ ਚਲਾ ਗਿਆ, ਸੀਮਿਤ ਹੋ ਗਿਆ। ਅਸੀਂ ਸਾਡੀਆਂ ਖੇਡਾਂ ਸੀਮਿਤ ਹੋ ਗਈਆਂ ਨੇ। ਅਸੀਂ ਇੱਕ ਹਾਕੀ ਜੇ ਲੈ ਦੇ ਕੇ ਸਾਡੀ ਇੱਕ ਹਾਕੀ ਰਹਿ ਗਈ ਹੈ,
ਮਾੜਾ ਮੋਟਾ ਕੋਈ ਗੇਮਾਂ ਇੱਕ ਕੋਈ ਵਿਅਕਤੀਗਤ ਤੌਰ ਤੇ ਹੀ ਆਪਣੀਆਂ ਕੋਈ ਪ੍ਰੈਕਟਿਸ ਕਰਕੇ ਉਹਨੂੰ ਮਤਲਬ ਇੰਟਰਨੈਸ਼ਨਲ ਟੀਮਾਂ ਦੇ ਵਿੱਚ ਆ ਜੇ ਤਾਂ ਇੱਕ ਵੱਖਰੀ ਚੀਜ਼ ਹੈ। ਪਰ ਸਰਕਾਰਾਂ ਵੱਲੋਂ ਕੋਈ ਇਹੋ ਜਿਹੇ ਐਫਰਟ ਨਹੀਂ ਹੋ ਰਹੇ ਜਿਹਦੇ ਕਰਕੇ ਬੱਚੇ ਮਤਲਬ ਜਿਹੜੇ ਹੈਗੇ ਆ ਉਹ ਸਾਡੇ ਓਲੰਪਿਕ, ਏਸ਼ੀਅਨ ਜਾਂ ਹੋਰ ਕਾਮਨਵੈਲਥ ਗੇਮਾਂ ਤੱਕ ਆ ਜਾਣ। ਇਸ ਤਰ੍ਹਾਂ ਦੇ ਬਹੁਤ ਘੱਟ ਨੇ। ਦੇਖੋ ਸੁਖਬੀਰ ਬਾਦਲ ਹੋਣਾ ਦੇ ਟੈਨਿਓਰ 'ਚ ਵੀ ਇਹ ਇੱਕ ਆਪਾਂ ਕਹਾਂਗੇ ਕਿ ਇੱਕ ਇਸ ਦਿਸ਼ਾ 'ਚ ਕੰਮ ਹੋਇਆ ਸੀ। ਮੈਂ ਇਸ ਗੱਲ ਦਾ ਚਸ਼ਮਦੀਦ ਗਵਾਹ, ਕਿਉਂਕਿ ਮੋਹਾਲੀ ਦੇ ਵਿੱਚ ਬਹੁਤ ਸਾਰੇ ਨਵੇਂ ਸਟੇਡੀਅਮ ਬਣੇ ਸੀ, ਬਹੁਤ ਸਾਰੇ ਨਵੇਂ ਕੋਚਿਸ ਰੱਖੇ ਗਏ ਸੀ, ਪੰਜਾਬ ਇੰਸਟੀਚਿਊਟ ਆਫ ਸਪੋਰਟਸ ਬਣਾਇਆ ਗਿਆ ਸੀ ਔਰ ਉਹਨੂੰ ਕਾਫੀ ਪੈਸਾ ਵੀ ਮਿਲਦਾ ਸੀ। ਪਰ ਪਿਛਲੇ 5 ਸਾਲਾਂ 'ਚ ਜਿਹੜੀ ਕੈਪਟਨ ਸਰਕਾਰ ਹੋਰਾਂ ਦੀ ਸਰਕਾਰ ਰਹੀ ਹੈ ਉਹਦੇ 'ਚ ਉਹ ਬਹੁਤ ਇਗਨੋਰ ਰਿਹਾ। ਯਾਨੀ ਕਿ ਉਹ ਸਾਰਾ ਇਨਫਰਾਸਟ੍ਰਕਚਰ ਜਿਹੜਾ ਉਦੋਂ ਬਣਾਇਆ ਗਿਆ ਸੀਗਾ ਸੁਖਬੀਰ ਬਾਦਲ ਹੋਰਾਂ ਨੇ, ਚਾਹੇ ਕਬੱਡੀ ਦੇ ਜਿਹੜੇ ਕੱਪ ਕਰਾ ਕੇ ਉਹਨਾਂ ਨੇ ਡਿਵੈਲਪ ਕੀਤਾ ਸੀ ਥੱਲੜੇ ਡਿਸਟ੍ਰਿਕਟਾਂ ਦੇ ਵਿੱਚ, ਉਹ ਵਾਲੇ ਵੀ ਹੁਣ ਖਰਾਬ ਹੋ ਗਿਆ। ਨਵੀਂ ਪਾਲਿਸੀ ਜਿਹੜੀ ਆਈ ਹੈ ਉਹਦੇ ਵਿੱਚ ਇਹ ਕਿਹਾ ਗਿਆ ਵੀ ਅਸੀਂ ਇਸ ਤਰ੍ਹਾਂ ਨਹੀਂ ਕਰਨਾ ਹੈਗਾ, ਅਸੀਂ ਕਲਸਟਰ ਬਣਾਉਣੇ ਆ। ਪਹਿਲਾਂ ਕਲਸਟਰ ਬਣ ਗਏ, ਹਰ 4 ਕਿਲੋਮੀਟਰ ਦੇ ਵਿੱਚ ਇੱਕ ਕਲਸਟਰ ਹੋਊਗਾ ਜਿੱਥੇ ਅਸੀਂ ਸਾਰੀਆਂ ਚੀਜ਼ਾਂ ਉਪਲਬਧ ਕਰਾਉਣੀਆਂ। ਉੱਥੇ ਕੋਚਿੰਗ ਵੀ ਦੇਣ ਵਾਲੇ ਵੀ ਹੋਣਗੇ, ਉੱਥੇ ਡਾਕਟਰਸ ਵੀ ਹੋਣਗੇ, ਸਾਰੇ ਟ੍ਰੇਨਰਸ ਵੀ ਹੋਣਗੇ, ਸਭ ਕੁਝ ਹੋਏਗਾ, ਹੋਸਟਲ ਵੀ ਹੋਏਗਾ ਉਹਨਾਂ ਵਾਸਤੇ। ਉਹ ਸਾਰਾ ਉਸ ਤੋਂ ਬਾਅਦ ਫਿਰ ਉਹ ਜ਼ੋਨ ਲੈਵਲ ਤੇ ਆਏਗਾ, ਜ਼ੋਨ ਲੈਵਲ ਤੋਂ ਡਿਸਟ੍ਰਿਕਟ ਲੈਵਲ ਤੇ ਆਏਗਾ, ਡਿਸਟ੍ਰਿਕਟ ਲੈਵਲ ਤੋਂ ਉੱਪਰ ਜਿਸ ਤਰ੍ਹਾਂ ਵੀ ਅੱਗੇ ਵਧਣਾ ਸਟੇਟ ਲੈਵਲ ਦਾ ਇੱਕ ਦੇ ਵੱਖ-ਵੱਖ ਜਿਹੜੇ ਹੈਗੇ ਸਟੇਡੀਅਮ ਜਿਹੜੇ ਆ ਉਹ ਬਣਾਏ ਜਾਣਗੇ। ਬੱਚਿਆਂ ਨੂੰ ਹਰ ਚੀਜ਼ ਦੀ ਫੈਸਿਲਿਟੀ ਜਿਹੜੀ ਹੈ ਉਹ ਸਰਕਾਰ ਦੇਗੀ, ਚਾਹੇ ਉਹਨਾਂ ਦੀ ਫੀਸ ਹੋਵੇ, ਚਾਹੇ ਉਹਨਾਂ ਦੀ ਡਾਈਟ ਹੋਵੇ, ਚਾਹੇ ਉਹਨਾਂ ਦੀ ਸਪੋਰਟਸ ਕਿੱਟਾਂ ਹੋਣ ਜਾਂ ਜਿਹੜਾ ਵੀ ਉਹਦਾ ਸਾਜੋ ਸਮਾਨ ਹੈ ਉਹ ਹੋਵੇ, ਉਹ ਸਾਰਾ ਕੁਝ ਸਰਕਾਰ ਉਪਲਬਧ ਕਰਾਏਗੀ ਤਾਂ ਕਿ ਬੱਚੇ ਦੇ ਉੱਤੇ ਕੋਈ ਬਰਡਨ ਨਾ ਹੋਵੇ ਕਿ ਉਹਦਾ ਕੰਮ ਸਿਰਫ ਇੰਨਾ ਹੋਵੇ ਵੀ ਉਹਨੇ ਖੇਲਣਾ ਹੈ। ਉਹ ਖੇਲਣਾ ਵੀ ਉਹਨੂੰ ਥੱਲੇ ਸਕੂਲ ਲੈਵਲ ਤੋਂ ਹੀ ਤਰਾਸ਼ਿਆ ਜਾਏਗਾ, ਪਹਿਲਾਂ ਤੋਂ ਹੀ ਪਤਾ ਕੀਤਾ ਜਾਏਗਾ ਵੀ ਉਹ ਕਿਸ ਗੇਮ ਦੇ ਵਿੱਚ ਅੱਗੇ ਵਧਣਾ ਚਾਹੁੰਦਾ ਹੈ। ਸੋ ਇਹ ਚੀਜ਼ਾਂ ਦੇਖਣ 'ਚ ਬਹੁਤ ਅੱਛੀਆਂ ਲੱਗ ਰਹੀਆਂ ਨੇ। ਮੈਂ ਇਸ ਗੱਲ ਦੇ ਉੱਤੇ ਕਹਿ ਰਿਹਾ ਵੀ ਜੀ ਪਾਲਿਸੀ ਹੈ, ਪਾਲਿਸੀ ਲੈਵਲ ਤੇ ਮੈਨੂੰ ਕੋਈ ਸ਼ੱਕ ਨਹੀਂ ਕਿ ਇਹ ਬਹੁਤ ਅੱਛੀ ਬਣਾਈ ਗਈ ਹੈ। ਮੇਰਾ ਕੁਐਸਚਨ ਸਿਰਫ ਇਹ ਹੈ ਕਿ ਇਹਦੇ ਲਈ ਜਿੰਨਾ ਕੁ ਪੈਸਾ ਲੋੜ ਹੋਏਗਾ ਉਹ ਕਿੱਥੋਂ ਲੈ ਕੇ ਆਇਆ ਜਾਏਗਾ, ਉਹਦਾ ਕੋਈ ਪ੍ਰੋਵੀਜ਼ਨ ਕੀ ਸਰਕਾਰ ਨੇ ਕੋਈ ਦਿੱਤਾ ਹੈ ਵੀ ਅਸੀਂ ਇੱਥੋਂ ਕਰਾਂਗੇ, ਜਾਂ ਇਹਨਾਂ ਜਿਹੜਾ ਗਵਰਨਮੈਂਟ ਆਫ ਇੰਡੀਆ ਦੀਆਂ ਹੈਗੀਆਂ ਨੇ ਪਾਲਿਸੀ, ਬਹੁਤ ਸਾਰੀਆਂ ਯੋਜਨਾਵਾਂ ਨੇ, ਕ੍ਰੀਡਾ ਪਾਲਿਸੀ ਹੈਗੀ ਹੈ ਇੱਕ ਉਹਨਾਂ ਦੀ, ਉਹਦੇ ਵਿੱਚ ਵੀ ਬਹੁਤ ਸਾਰਾ ਪੈਸਾ ਮਿਲਦਾ ਹੈ ਸਟੇਡੀਅਮਸ ਵਾਸਤੇ, ਕੋਚਾਂ ਵਾਸਤੇ, ਤਾਂ ਕੀ ਉਹਨਾਂ ਦੇ ਉੱਤੇ ਹੀ ਸਾਰਾ ਮੁਨਸਰ ਕੀਤਾ ਹੋਇਆ ਹੈ ਜਾਂ ਸਟੇਟ ਨੇ ਆਪਣਾ ਫੰਡ ਵੀ ਰੱਖਿਆ ਹੋਇਆ? ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਅਕਾਲੀ ਦਲ ਦੇ ਟਾਈਮ 'ਚ PIS ਬਣਾ ਕੇ ਸਟੇਟ ਗਵਰਨਮੈਂਟ ਨੇ ਆਪਣੇ ਤੌਰ ਤੇ ਫੰਡ ਇੱਕ ਰੇਜ਼ ਕੀਤਾ ਸੀਗਾ ਕਿ ਉਹ ਫੰਡ ਇਹਨਾਂ ਨੂੰ ਮਿਲੇਗਾ। ਬਹੁਤ ਅੱਛਾ ਡਿਵੈਲਪ ਹੋਇਆ ਸੀ, ਮੈਨੂੰ ਯਾਦ ਹੈ ਮੋਹਾਲੀ ਦੇ ਵਿੱਚ ਅੱਜ ਵੀ ਜੇ ਤੁਸੀਂ ਦੇਖੋ 78 ਸੈਕਟਰ ਦੇ ਵਿੱਚ ਬਹੁਤ ਅੱਛਾ ਜਿਹੜਾ ਮਲਟੀ ਗੇਮਸ ਦਾ ਇੱਕ ਸਪੋਰਟ ਕੰਪਲੈਕਸ ਬਣਾਇਆ, ਉਹ ਬਣੇ ਹੋਏ ਨੇ। ਪਰ ਅਣਹੋਂਦ ਜਿਹੜੇ ਕੋਚਸ ਉੱਥੇ ਨਹੀਂ ਹੈਗੇ ਹੁਣ, ਜਿਹੜੇ ਪੁਰਾਣੇ ਸੀਗੇ ਉਹ ਰਿਟਾਇਰ ਹੋ ਚੁੱਕੇ ਨੇ, ਨਵੇਂ ਕੋਚ ਅਜੇ ਭਰਤੀ ਨਹੀਂ ਕੀਤੇ ਗਏ। ਤਾਂ ਮੈਨੂੰ ਲੱਗਦਾ ਕਿ ਜਦੋਂ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਖਾਮੀ ਆ ਜਾਂਦੀ ਹੈ, ਫਿਰ ਉਸ ਤੋਂ ਬਾਅਦ ਇਹ ਸਾਰੇ ਦੇ ਸਾਰੇ ਇਨਫਰਾਸਟ੍ਰਕਚਰ ਵੀ ਜਿਹੜੇ ਹੈਗੇ ਆ ਉਹ ਖਰਾਬ ਹੋ ਜਾਂਦੇ ਆ ਔਰ ਬਹੁਤ ਕਰੋੜਾਂ ਰੁਪਈਆ ਜਿਹੜਾ ਅਸੀਂ ਲਾਇਆ ਉਹ ਸਾਰਾ ਹੀ ਵੇਸਟ ਹੋ ਜਾਂਦਾ। ਮੈਂ ਤਾਂ ਸਿਰਫ ਇੰਨਾ ਕੀ ਪੁੱਛਣਾ ਚਾਹੁੰਦਾ ਸੀਗਾ ਵੀ ਸਭ ਕੁਝ ਆ ਜਾਊਗਾ ਪਰ ਕੀ ਖਿਡਾਰੀ ਵੀ ਆਉਣਗੇ, ਇਹ ਸਵਾਲ ਆ। ਗਾਂ ਬੱਚੇ ਤਾਂ ਇਸ ਪਾਸੇ ਆਉਣੋਂ ਕਤਰਾਉਂਦੇ ਆ ਕਿਉਂਕਿ ਨੌਕਰੀਆਂ ਤੱਕ ਸੀਮਤ ਹੋ ਜਾਂਦੇ ਜਾਂ ਕੁਝ ਇਸ ਤਰ੍ਹਾਂ। ਖੇਡ ਲਈ ਸਮਰਪਣ ਤੁਹਾਨੂੰ ਲਿਆਉਣਾ ਪਊਗਾ, ਇਹ ਬਚਪਨ ਤੋਂ, ਬਹੁਤ ਛੋਟੀ ਉਮਰ ਤੋਂ ਕਿਸੇ ਦੇ ਅੰਦਰ ਉਹ ਪੈਸ਼ਨ ਪਾਉਣਾ ਪੈਂਦਾ। ਹੁਣ ਸ਼ਾਇਦ ਅਸੀਂ ਇੰਪੇਸ਼ੈਂਟ ਹੋ ਗਏ ਆ ਪੰਜਾਬੀਆਂ ਦੇ ਵਿੱਚ, ਉਹ ਸਹਿਜਤਾ ਨਹੀਂ ਬਚੀ। ਮੈਂ ਭਾਸਕਰ ਸਾਹਿਬ ਅੱਗੇ ਵਧਣ ਤੋਂ ਪਹਿਲਾਂ ਇੱਕ ਆਖਰੀ ਗੱਲ ਜ਼ਰੂਰ ਕਰਨਾ ਚਾਹੂੰਗਾ। ਕੱਲ ਕੈਬਨਿਟ ਦੀ ਉਹ ਲਿਖਿਆ ਹੁੰਦਾ ਨਾ ਵੀ ਤੁਸੀਂ ਕੈਮਰੇ ਮੁਸਕਰਾਓ, ਤੁਸੀਂ ਕੈਮਰੇ ਤੇ ਹੋ, ਉਹ ਮੈਂ ਮੁਸਕਰਾ ਰਿਹਾ ਸੀ ਕੈਮਰੇ ਤੋਂ ਬਿਨਾਂ ਹੀ। ਬਈ ਕੇਂਦਰ ਹੁਣ ਦਿੰਦਾ ਵਾ ਜਿਹੜੀ ਇਹ ਫੂਡ ਸਿਕਿਉਰਿਟੀ ਦੇ ਥੱਲੇ ਰਾਸ਼ਨ ਪਾਣੀ ਤਾਂ ਕੇਂਦਰ ਵੱਲੋਂ ਆ ਜਾਂਦਾ। ਮੈਂ ਗਲਤ ਤਾਂ ਨਹੀਂ ਇੰਦਰਪ੍ਰੀਤ? ਆਉਂਦਾ ਹੈ ਨਾ ਕੇਂਦਰ ਦੀ ਪਾਲਿਸੀ ਹਰ ਇੱਕ ਨੂੰ ਸਸਤਾ BPL ਜਿਹੜੇ ਬਿਲੋ ਪਾਵਰਟੀ ਲਾਈਨ। ਸਰਕਾਰ ਨੇ ਆਪਣਾ ਹਿੱਸਾ ਰੱਖਣ ਲਈ ਵੀ ਅਸੀਂ ਤੁਹਾਨੂੰ ਘਰ ਦੇ ਕੇ ਜਾਇਆ ਕਰਾਂਗੇ, ਆਉਣਾ ਤੇ ਕਿਤੇ ਹੋਵਾਂ, ਡਾਕੀ ਵਾਲਾ ਕੰਮ ਉਹ ਬੜਾ ਸੋਹਣਾ। ਉਹ ਯਾਰ ਇਹਨਾਂ ਨੂੰ ਸਾਰਿਆਂ ਨੂੰ, ਜਿਹੜੇ ਵੀ ਲੋਕ ਪੰਜਾਬ ਦੇ ਨੇ, ਇਹਨਾਂ ਨੂੰ ਪੈਰਾਂ ਤੇ ਵੀ ਚੱਲਦੇ ਰਹਿਣ ਦਿਓ ਕਿਉਂਕਿ ਹੱਡਾਂ 'ਚ ਪਾਣੀ ਪਾਉਣ ਦਾ ਪੂਰਾ ਮਨ ਹੈ। ਚਲੋ ਭਾਸਕਰ ਸਾਹਿਬ, ਆਖਿਰ 'ਚ ਕੇਂਦਰੀ ਰਾਜਨੀਤੀ ਨੂੰ ਜ਼ਰੂਰ ਡਿਸਕਸ ਕਰਦੇ ਆ। ਸ਼ਰਦ ਪਵਾਰ ਵਿਚਾਰਿਆਂ ਨੇ ਪ੍ਰਧਾਨ ਮੰਤਰੀ ਦੇ ਨਾਲ ਉਹ ਪ੍ਰੋਗਰਾਮ ਦੇ ਵਿੱਚ ਜਾਣਾ ਸੀ ਉਹਨਾਂ ਨੇ, ਤੇ ਪਰਲੇ ਬੰਨੇ ਵੱਖਰੀ ਤਰ੍ਹਾਂ ਦੀਆਂ ਕਨਸੋਆਂ ਰੌਲੇ ਪੈਣੇ ਸ਼ੁਰੂ ਹੋ ਗਏ। ਉਹ ਜਿਹੜੀ 25-26 ਦੀ ਸ਼ਾਇਦ ਮੀਟਿੰਗ ਸੀ, ਆਖੇ ਜੀ ਉਦੋਂ ਉਹ ਸ਼ਰਦ ਪਵਾਰ ਅਵੇਲੇਬਲ ਨਹੀਂ,
ਉਹਨਾਂ ਦਾ ਆਪਣੇ ਹੋਮ ਟਾਊਨ 'ਚ ਜਾਣਾ ਉਹ ਅਵੇਲੇਬਲ ਨਹੀਂ। ਸ਼ਿਵ ਸੈਨਾ ਵਾਲੇ ਉਹ ਪ੍ਰਬੰਧ ਸਾਰਾ ਕਰਦੇ ਫਿਰਦੇ ਸੀ। ਪਤਾ ਲੱਗਿਆ ਡੇਟਾ ਅੱਗੇ ਪਿੱਛੇ ਹੁੰਦੀਆਂ ਰਹਿੰਦੀਆਂ ਜੀ, ਕੋਈ ਗੱਲ ਨਹੀਂ। ਨਤੀਸ਼ ਜਿਹੜੇ ਇਸ ਗੱਠਜੋੜ ਨੂੰ ਸ਼ੁਰੂ ਕਰਨ ਵਾਲਿਆਂ 'ਚ, ਪਹਿਲ ਕਰਨ ਵਾਲਿਆਂ 'ਚ, ਮੀਟਿੰਗਾਂ ਕਰਨ ਵਾਲਿਆਂ 'ਚ, ਹਰ ਬੰਦੇ ਨੂੰ ਮਿਲਣ ਵਾਲਿਆਂ 'ਚ ਉਹ ਕਿਤੇ ਮਿਲੇ ਹੀ ਨਹੀਂ ਅੱਜ ਕੱਲ। ਸੋ ਮੈਂ ਥੋੜੇ ਜਿਹੇ ਫਿਕਰਾਂ ਨਾਲ, ਵੀ ਸਾਨੂੰ ਕਾਹਦੇ ਫਿਕਰ ਆ, ਥੋੜੇ ਜਿਹੇ ਇਸ ਗੱਲ ਨਾਲ ਕਿ ਖਬਰ ਤਾਂ ਬਣਦੀ ਆ, ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਸਭ ਅੱਛਾ ਹੈ, ਇੰਡੀਆ ਇੰਡੀਆ ਹੀ ਆ ਕਿ ਜਾਂ ਵੰਡ ਗਿਆ? ਦੇਖੋ ਹਜੇ ਤੱਕ ਤੇ ਇੰਡੀਆ ਇੰਡੀਆ ਹੀ ਹੈ, ਕਿਉਂਕਿ ਹੁਣ ਇਹ ਜਿਹੜੀ 26 ਪਾਰਟੀਆਂ ਜੁਲਾਈ 18 ਤੇ ਇਕੱਠੀ ਹੋਈ ਸੀ, ਉਹਨਾਂ ਨੇ 25-26 ਅਗਸਤ ਨੂੰ ਮੁੰਬਈ ਦੇ ਵਿੱਚ ਮਿਲਣਾ ਸੀਗਾ। ਠੀਕ ਗੱਲ ਕਹਿ ਰਹੇ ਹੋ ਤੁਸੀਂ, ਉਹ ਡੇਟਾ ਹੁਣ ਅੱਗੇ ਵੱਧ ਰਹੀ ਹੈ। ਹੁਣ ਡੇਟਾ 1, 2, 3 ਸਪਟੈਂਬਰ ਦੀ ਨਿਕਲ ਕੇ ਆ ਰਹੀ ਹੈ, ਕਿਉਂਕਿ ਸ਼ਰਦ ਪਵਾਰ ਉਹਨਾਂ ਬਿਜ਼ੀ ਸੀ। ਹੁਣ ਉਹ ਸ਼ਰਦ ਪਵਾਰ ਉਹਨਾਂ ਦੀ ਵੀ ਕੱਲ 1 ਅਗਸਤ ਦੇ ਉਸ ਫੰਕਸ਼ਨ ਦੇ ਵਾਸਤੇ, ਜਿਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਲੋਕਮਾਨਿਆ ਤਿਲਕ ਅਵਾਰਡ ਮਿਲਣਾ ਹੈ ਪੁਣੇ ਦੇ ਵਿੱਚ, ਉਹਦੇ ਵਿੱਚ ਚੀਫ ਗੈਸਟ ਨੇ ਸ਼ਰਦ ਪਵਾਰ ਉਹਨਾਂ। ਦੂਜੀ ਪਾਰਟੀਆਂ ਯਾਨੀ 26 ਪਾਰਟੀਆਂ ਦੇ ਵਿੱਚੋਂ ਘੱਟ ਤੋਂ ਘੱਟ 5 ਤੋਂ 7 ਪਾਰਟੀਆਂ ਇਸ ਗੱਲ ਦੇ ਉੱਤੇ ਆਬਜੈਕਟ ਲਾ ਰਹੀਆਂ ਵੀ ਸਾਡੀ ਟੀਮ ਦਾ ਮੈਂਬਰ ਦੂਜੇ ਕਪਤਾਨ ਨੂੰ ਓਨਰ ਕਰਦਾ ਹੋਇਆ ਕਿਦਾਂ ਦਾ ਲੱਗੂਗਾ। ਹੁਣ ਇਸ ਮੁੱਦੇ ਦੇ ਉੱਤੇ ਕਾਂਗਰਸ ਦੇ ਵੀ ਮਹਾਰਾਸ਼ਟਰ ਦੇ ਪ੍ਰਧਾਨ ਮੋਹਨ ਜੋਸ਼ੀ ਉਹਨਾਂ ਨੇ ਕਿਹਾ ਜੀ ਮੋਦੀ ਹੋਣਾ ਜਦ ਪੂਨੇ ਦੇ ਵਿੱਚ ਆਣਗੇ ਤੇ ਅਸੀਂ ਕਾਲੇ ਝੰਡੇ ਦਿਖਾਵਾਂਗੇ। ਹੁਣ ਕਾਲੇ ਝੰਡੇ ਦਿਖਾਉਣਗੇ, ਇਹ ਕਾਲੇ ਝੰਡੇ ਸ਼ਰਦ ਪਵਾਰ ਉਹਨਾਂ ਨੂੰ ਆਪੇ ਹੀ ਦਿਖ ਜਾਣੇ, ਕਿਉਂਕਿ ਉਸ ਫੰਕਸ਼ਨ ਦੇ ਵਿੱਚ ਉਹ ਵੀ ਇਨਵਾਈਟਡ ਹੈਗੇ ਨੇ ਔਰ ਉਹ ਚੀਫ ਗੈਸਟ ਹੈਗੇ ਨੇ, ਔਰ ਉਹ ਅਵਾਰਡ ਵੀ ਹੁਣ ਸ਼ਾਇਦ ਸ਼ਰਦ ਪਵਾਰ ਉਹਨਾਂ ਤੋਂ ਹੀ ਦਵਾਈ ਹੈ। ਹੁਣ ਸ਼ਿਵ ਸੈਨਾ ਨੇ ਵੀ ਇਹ ਐਲਾਨ ਕਰਤਾ ਉੱਥੇ ਕਰਾਂਗੇ ਪ੍ਰਦਰਸ਼ਨ, ਯਾਨੀ ਇਹ 26 ਪਾਰਟੀਆਂ ਇੰਡੀਆ ਦੀ ਉਹ ਮੀਟਿੰਗ, ਉਹਦੇ ਵਿੱਚ ਇਹ ਗੱਲਾਂ ਵੀ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਕਿ ਇਹਦੇ ਵਿੱਚ ਵਿਭੀਸ਼ਣ ਕੌਣ ਹੋਏਗਾ। ਯਾਨੀ ਲੰਕਾ ਨੂੰ ਢਾਣ ਵਾਸਤੇ ਇੱਕ ਵਿਭੀਸ਼ਣ ਦੀ ਲੋੜ ਤੇ ਪੈਂਦੀ ਹੈ, ਉਹ ਵਿਭੀਸ਼ਣ ਸ਼ਰਦ ਪਵਾਰ ਤਾਂ ਨਹੀਂ ਹੋਣਗੇ। ਔਰ ਜਿਹੜੇ ਵਿਚੋਲੀਏ ਸੀਗੇ ਇਸ ਸਾਰੇ ਗਠਬੰਧਨ ਦੇ, ਉਹ ਸੀਗੇ ਨਿਤੀਸ਼ ਕੁਮਾਰ ਹੋਣਾ। ਉਹ ਪਿਛਲੀ ਜੁਲਾਈ 18 ਦੀ ਮੀਟਿੰਗ ਦੇ ਵਿੱਚ ਪ੍ਰੈਸ ਕਾਨਫਰੰਸ ਤੋਂ ਪਹਿਲੇ ਚਲੇ ਗਏ ਸੀ। ਹੁਣ ਵਿਚੋਲੀਏ ਨੇ ਕੋਈ ਪੁੱਛਦਾ ਹੀ ਨਹੀਂ, ਵਿਆਹ ਹੋਣਾ, ਵਿਆਹ ਦੇ ਵਿੱਚ ਵਿਚੋਲੀਏ ਨੂੰ ਕੋਈ ਸੂਟ ਸਾਟ ਕੋਈ ਪੈਸੇ ਪੂਸੇ ਮਿਲਦੇ ਹੁੰਦੇ ਆ, ਔਰ ਜਦ ਤੁਸੀਂ ਵਿਚੋਲੀਏ ਦੀ ਹੀ ਇੱਜ਼ਤ ਕਰਨਾ ਬੰਦ ਕਰ ਦੋਗੇ ਤੇ ਫਿਰ ਵਿਚੋਲੀਆ ਵਿਆਹ ਤੱਕ ਰੁਕੇਗਾ ਨਹੀਂ, ਕਿਤੇ ਇੱਧਰ ਉੱਧਰ ਨਾ ਹੋ ਜਾਏ। ਇਹ ਸਾਰੀ ਗੱਲਾਂ ਇੰਡੀਆ ਦੇ ਵਿੱਚ ਬੜੀ ਪੁਰਜੋਰ ਤਰੀਕੇ ਨਾਲ ਚੱਲ ਰਹੀ ਹੈ। ਹੁਣ ਇੰਡੀਆ ਜੁੜੇਗਾ, ਇੰਡੀਆ ਲੜੇਗਾ, ਔਰ ਭਾਰਤ ਜੋੜੋ ਯਾਤਰਾ ਨੰਬਰ 2 ਉਹ ਵੀ ਛੇਤੀ ਸ਼ੁਰੂ ਹੋ ਰਹੀ ਹੈ ਰਾਹੁਲ ਗਾਂਧੀ ਉਹਨਾਂ ਦੀ। ਔਰ ਐਤਕੀ ਉਹਨਾਂ ਨੇ ਟੀਚਾ ਵੀ ਰੱਖਿਆ, ਗੁਜਰਾਤ ਤੋਂ ਕਰੂੰਗਾ ਸ਼ੁਰੂ ਔਰ ਉਹਨੂੰ ਰਾਜਸਥਾਨ ਦੇ ਵਿੱਚ ਬਹੁਤ ਦਿਨ ਤੱਕ ਰੱਖੂੰਗਾ ਔਰ ਉੱਥੇ ਮਾਹੌਲ ਬਣਾਉਣ ਦੀ ਕੋਸ਼ਿਸ਼ ਹੋਏਗੀ। ਔਰ ਗੁਜਰਾਤ ਦੇ ਵਿੱਚ ਉਹ 28 ਕੰਟਰੋਵਰਸ਼ੀਅਲ ਸੀਟਾਂ ਜਿਹੜੀ ਅਕਸਰ ਭਾਜਪਾ ਦੀ ਨਜ਼ਰ ਦੇ ਵਿੱਚ ਵੀ ਰਹਿੰਦੀ ਹੈ ਔਰ ਕਾਂਗਰਸ ਦੇ ਵਿੱਚ ਵੀ ਉੱਥੇ ਮਸ਼ੱਕਤ ਕਰਨ ਦੀ ਲੋੜ ਹੈ, ਉੱਥੇ ਹੀ 15-20 ਦਿਨ ਲਗਾਤਾਰ ਹੈ ਭਾਰਤ ਜੋੜੋ ਯਾਤਰਾ ਰੁਕੇਗੀ। ਔਰ ਨਾਲ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਇੰਡੀਆ ਔਰ ਐਨਡੀਏ ਦੇ ਮੈਚ ਦੇ ਵਿੱਚ ਸੁਪਰੀਮ ਕੋਰਟ ਵੀ ਇੱਕ ਬਹੁਤ ਵੱਡਾ ਰੋਲ ਅਦਾ ਕਰ ਰਿਹਾ। 5 ਇਦਾਂ ਦੇ ਕੇਸ ਹੈਗੇ ਨੇ ਜਿਨ੍ਹਾਂ ਕੇਸਾਂ ਦੇ ਉੱਤੇ ਆਉਣ ਵਾਲੇ ਫੈਸਲੇ ਦੇ ਵਿੱਚ ਇੰਡੀਆ ਜਿੱਤੂਗਾ ਕਿ ਐਨਡੀਏ ਜਿੱਤੂਗਾ, ਜਾਂ ਇੰਡੀਆ ਦਾ ਮਾਹੌਲ ਬੰਦਾ ਜਾਂ ਐਨਡੀਏ ਦਾ ਮਾਹੌਲ ਬੰਦਾ ਹੈ, ਉਹ ਵੀ ਆਪਣੇ ਆਪ ਵਿੱਚ ਇੱਕ ਤਰੀਕੇ ਨਾਲ ਤੈਅ ਹੋ ਜਾਏਗਾ। ਕਿਉਂਕਿ ਜਦ ਅਸੀਂ ਦਿਸ਼ਾ ਔਰ ਦਸ਼ਾ ਦੀ ਗੱਲ ਕਰਦੇ ਹਾਂ, ਤੁਸੀਂ ਇਹ ਦੇਖੋ 5 ਕੇਸ ਹੈ ਕਿਹੜੇ। ਆਰਟੀਕਲ 370 ਲਾਇਆ ਸੀਗਾ 2019 ਨੂੰ ਲਾਇਆ ਸੀਗਾ ਔਰ ਹਟਾਇਆ ਸੀਗਾ ਜਿਹੜਾ ਕਸ਼ਮੀਰ ਤੋਂ। ਉਸ ਮੁੱਦੇ ਦੇ ਉੱਤੇ ਕਈ ਇੰਡੀਆ ਵਾਲੀ ਪਾਰਟੀਆਂ ਇੱਕ ਦੂਜੇ ਨੂੰ ਘੇੜਦੀ ਨਜ਼ਰ ਆਉਂਦੀ ਹੈ। ਉਸ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਬੜੀ ਛੇਤੀ ਆ ਸਕਦਾ ਹੈ। ਔਰ ਇਸ ਮੁੱਦੇ ਦੇ ਉੱਤੇ ਆਇਆ ਹੋਇਆ ਫੈਸਲਾ ਐਨਡੀਏ ਦੀ ਸਥਿਤੀ ਨੂੰ ਸਪਸ਼ਟ ਕਰੇਗਾ ਕਿ ਉਹ ਫੈਸਲਾ ਠੀਕ ਸੀ ਜਾਂ ਗਲਤ ਸੀ। ਔਰ ਇੰਡੀਆ ਜਿਹੜੀ ਅਪੋਜ਼ ਕਰਦੀ ਸੀ ਆਰਟੀਕਲ 370 ਨੂੰ, ਉਹਨਾਂ ਦਾ ਵੀ ਉਸ ਅਪੋਜੀਸ਼ਨ ਦੇ ਉੱਤੇ ਇੱਕ ਜਵਾਬ ਹੋਏਗਾ। ਉਸ ਤੋਂ ਇਲਾਵਾ ਰਾਹੁਲ ਗਾਂਧੀ ਉਹਨਾਂ ਦੀ ਜਿਹੜੀ ਡਿਸਕੁਆਲੀਫਿਕੇਸ਼ਨ ਹੈਗੀ ਹੈ, ਉਹ ਜਿੱਦਾਂ ਕਹਿਤਾ ਸੀ ਸਾਰੇ ਸਰ ਨੇ ਮੋਦੀ ਇਹ ਉਹ, ਉਸ ਮੁੱਦੇ ਦੇ ਉੱਤੇ ਵੀ ਫੈਸਲਾ ਬੜੀ ਛੇਤੀ ਆਣਾ। ਔਰ ਰਾਹੁਲ ਗਾਂਧੀ ਹੋਣਾ ਆਪਣੀ ਭਾਰਤ ਜੋੜੋ ਯਾਤਰਾ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਵੀ ਕੀ ਐਕਟਿਵ ਹੋਣਗੇ। ਹਰ ਸੈਸ਼ਨ ਤੇ ਅਗਲਾ ਬਜਟ ਹੀ ਹੋਣਾ, ਉਹ ਵੀ ਇੰਟਰੀਮ ਹੋਣਾ। ਉਸ ਸੈਸ਼ਨ ਦੇ ਵਿੱਚ ਰਾਹੁਲ ਗਾਂਧੀ ਕੀ ਬੋਲਣਗੇ, ਇਹਦਾ ਵੀ ਫੈਸਲਾ ਸੁਪਰੀਮ ਕੋਰਟ ਦੀ ਉਸ ਜਜਮੈਂਟ ਦੇ ਉੱਤੇ ਆਧਾਰਿਤ ਹੈ। ਉਸ ਤੋਂ ਇਲਾਵਾ ਆਰਡੀਨੈਂਸ ਦਾ ਮੁੱਦਾ, ਜਿਸ ਕਰਕੇ ਆਪਣੇ ਅਰਵਿੰਦ ਕੇਜਰੀਵਾਲ ਤੇ ਸਾਡੇ ਭਗਵੰਤ ਮਾਨ ਪੰਜਾਬ ਦਾ ਹੈਲੀਕਾਪਟਰ ਚੱਕ ਕੇ ਬਹੁਤ ਜਗ੍ਹਾ ਉੜੇ, ਉਸ ਤੋਂ ਬਾਅਦ ਸਪੋਰਟ ਵੀ ਲਈ ਰਾਜ ਸਭਾ ਦੇ ਵਿੱਚ ਵੀ ਆਉਣਾ ਹੈ। ਔਰ ਵਾਈਐਸਆਰ ਦੀ ਸਪੋਰਟ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਆਰਡੀਨੈਂਸ ਦਾ ਵੀ ਬਿੱਲ ਹੁਣ ਰਾਜ ਸਭਾ ਦੇ ਵਿੱਚ ਪਾਸ ਹੋ ਸਕਦਾ ਹੈ। ਇਸ ਮੁੱਦੇ ਦੇ ਉੱਤੇ ਕਨਸਟੀਟਿਊਸ਼ਨ ਬੈਂਚ ਦੇ ਵਿੱਚ ਸੁਪਰੀਮ ਕੋਰਟ ਨੇ ਆਪਣਾ ਇਹ ਕੇਸ ਭੇਜਤਾ ਸੀਗਾ, ਉਹਦਾ ਵੀ ਫੈਸਲਾ ਛੇਤੀ ਆ ਸਕਦਾ। ਔਰ ਉਹਦੇ ਉੱਤੇ ਵੀ ਅੱਗੇ ਆਉਣ ਵਾਲੀ ਰਾਜਨੀਤੀ ਡਿਪੈਂਡ ਕਰਦੀ ਹੈ। ਫਿਰ ਸ਼ਿਵ ਸੈਨਾ ਔਰ ਉਹ ਜਿਹੜੇ ਛਿੰਡੇ ਸਾਹਿਬ ਸੀ, ਉਹਨਾਂ ਦੇ ਵਿੱਚ ਜਿਹੜੀ ਲੜਾਈ ਚੱਲਦੀ ਸੀ, ਇਹ ਵੀ ਸੁਪਰੀਮ ਕੋਰਟ ਦੇ ਵਿੱਚ ਵੀ ਪੈਂਡਿੰਗ ਹੈ। ਉਹ 16 ਐਮਐਲਏ ਜਿਹੜੇ ਡਿਸਕੁਆਲੀਫਾਈ ਕਰਨੇ ਸੀਗੇ ਸਪੀਕਰ ਸਾਹਿਬ ਨੇ, ਉਹਦੇ ਉੱਤੇ ਨਾ ਲੈਣ ਵਾਲਾ ਫੈਸਲਾ ਔਰ ਸੁਪਰੀਮ ਕੋਰਟ ਦੀ ਇਹ ਟਿੱਪਣੀ ਕਿ ਜੇ ਠਾਕਰੇ ਸਾਹਿਬ ਛੇਤੀ ਜਾਂ ਜਲਦੀ ਨਾ ਕਰਦੇ
ਤੇ ਅੱਜ ਉਹ ਮੁੱਖ ਮੰਤਰੀ ਬਣੇ ਰਹਿ ਸਕਦੇ ਸੀਗੇ। ਉਹਦੇ ਉੱਤੇ ਵੀ ਹੁਣ ਫੈਸਲਾ ਆਣਾ ਹੈ ਕਿ ਸ਼ਿੰਦੇ ਸਾਹਿਬ ਮੁੱਖ ਮੰਤਰੀ ਹੋਣਗੇ ਜਾਂ ਅਜੀਤ ਪਵਾਰ ਉਹਨਾਂ ਨੂੰ ਉਸ ਕੁਰਸੀ ਤੇ ਬਾਇਆ ਜਾਏਗਾ। ਔਰ ਜੀ। ਉਸ ਤੋਂ ਇਲਾਵਾ ਐਨਸੀਪੀ ਔਰ ਅਜੀਤ ਪਵਾਰ ਦੇ ਵਿੱਚ ਵੀ ਇਦਾਂ ਦੀ ਗੱਲਾਂ ਚੱਲ ਰਹੀ ਹੈ। ਹਾਲਾਂਕਿ ਇਹ ਮਾਮਲਾ ਹਜੇ ਸੁਪਰੀਮ ਕੋਰਟ ਨਹੀਂ ਪਹੁੰਚਿਆ, ਪਰ ਇਲੈਕਸ਼ਨ ਕਮਿਸ਼ਨ ਨੂੰ ਇਹ ਡਿਸਾਈਡ ਕਰਨਾ ਹੈ ਕਿ ਉਹ ਇਲੈਕਸ਼ਨ ਸਿੰਬਲ ਕਿਹਨੂੰ ਮਿਲੇਗਾ। ਇਹ ਵੀ ਆਉਣ ਵਾਲੇ ਟਾਈਮ ਵਿੱਚ ਇੰਡੀਆ ਔਰ ਐਨਡੀਏ ਦੇ ਮੈਚ ਨੂੰ ਪ੍ਰਭਾਵਿਤ ਕਰੇਗਾ, ਇਹ ਗੱਲ ਤੈਅ ਹੈ। ਜੀ ਇੰਦਰਪ੍ਰੀਤ ਜੀ, ਥੋੜੇ ਆਵਾਜ਼ਾਰ ਹੋ ਰਹੇ ਹੋ ਨਾ ਜਾਣਾ, ਵੈਸੇ ਗਰਮੀ ਵੀ ਉੱਥੇ ਜ਼ਿਆਦਾ ਮੈਨੂੰ ਲੱਗ ਰਹੀ, ਬਾਰ-ਬਾਰ ਮੂੰਹ ਪੂੰਝ ਰਹੇ ਆ। ਸਵਾਲ ਇਹ ਹੈ ਕਿ ਕੱਲ ਰਾਹੁਲ ਗਾਂਧੀ ਹੋਰ ਪਤਾ ਨਹੀਂ ਕੁਝ ਕਰਨ, ਕੀ ਕਰਨ, ਕਿਵੇਂ ਕਰਨ, ਫੈਸਲਾ ਕੀ ਆਉਂਦਾ, ਪਰ ਉਹਨਾਂ ਦੀ ਮਾਤਾ ਨੇ ਉਹਨਾਂ ਦੇ ਵਿਆਹ ਦੇ ਸਵਾਲ ਤੇ ਕਿਹਾ ਵੀ ਕੁੜੀ ਲੱਭ ਲਓ, ਅਸੀਂ ਤਿਆਰ ਆ ਮੁੰਡਾ ਘੋੜੀ ਚੜ੍ਹਨ ਲਈ। ਵੈਸੇ ਇੰਦਰਪ੍ਰੀਤ ਜੀ, ਆਖਰੀ ਟਿੱਪਣੀ ਇਹ ਵੀ ਦੇ ਦਿਓ ਕਿ ਨਿਤੀਸ਼ ਕੁਮਾਰ ਨੂੰ ਹੁਣ ਵਾਰਾ ਨਹੀਂ ਖਾਂਦਾ ਪਾਲਾ ਬਦਲਣਾ। ਮੇਰੇ ਖਿਆਲ ਇਸ ਤੋਂ ਬਾਅਦ ਫਿਰ ਰਾਜਨੀਤੀ ਮੁੱਕ ਜਾਊ ਜੇ ਉਹ ਨਹੀਂ ਸਟੇ ਕਰਦੇ। ਔਰ ਇਹ ਜਿਹੜੇ ਉਹਨਾਂ ਦੇ ਹੁਣ ਚੱਲਣ ਵਾਲੇ ਨਾਲ ਸਾਥੀ ਸਹਿਯੋਗੀ ਆ, ਕਾਂਗਰਸ ਵਾਲੇ, ਦੂਜੇ ਤੀਜੇ, ਸਭ ਨੂੰ ਪਤਾ ਕਿ ਨਿਤੀਸ਼ ਦੀ ਮਜਬੂਰੀ ਹੈ, ਜੇ ਐਨਡੀਏ 'ਚ ਹੁਣ ਗਏ ਤੇ ਉਸ ਤੋਂ ਬਾਅਦ ਬਿਹਾਰ 'ਚੋਂ ਹੀ ਗਏ। ਕੀ ਕਹਿੰਦੇ ਹੋ? ਬਿਲਕੁਲ, ਮੈਨੂੰ ਲੱਗਦਾ ਕਿ ਜਿੰਨਾ ਟਾਈਮ ਉਹਨਾਂ ਨੇ ਪਾਰਟੀਆਂ ਬਦਲੀਆਂ ਨੇ, ਉਸ ਤੋਂ ਬਾਅਦ ਤਾਂ ਕੋਈ ਵਿਸ਼ਵਾਸ ਹੀ ਨਹੀਂ ਰਹਿ ਜਾਂਦਾ ਕਿਸੇ ਵੀ ਤਰ੍ਹਾਂ ਦਾ। ਨਾ ਤਾਂ ਦੇਖੋ ਉਹ ਐਨਡੀਏ 'ਚ ਅਗਰ ਗਏ ਤਾਂ ਮੋਦੀ ਹੋਣਾ ਦਾ ਵੀ ਕੋਈ ਬਹੁਤਾ ਵਿਸ਼ਵਾਸ ਉਹਨਾਂ ਤੇ ਨਹੀਂ ਰਹਿਣਾ, ਕਿਉਂਕਿ ਐਨਡੀਏ 'ਚ ਜਾ ਕੇ ਵੀ ਉਹਨਾਂ ਨੂੰ ਉਹੀ ਚੀਜ਼ ਮਿਲਣੀ ਹੈ ਜੋ ਇੰਡੀਆ ਦੇ ਵਿੱਚ ਮਿਲ ਰਹੀ ਹੈ। ਇੰਡੀਆ ਦੇ ਵਿੱਚ ਵੀ ਉਹਨਾਂ ਨੂੰ ਜੇ ਲੀਡਰਸ਼ਿਪ ਨਹੀਂ ਮਿਲਦੀ, ਇੰਡੀਆ 'ਚ ਉਹ ਆਈ ਤਾਂ ਕਰਕੇ ਹੈ ਵੀ ਉੱਥੇ ਚਲੋ ਲੀਡਰਸ਼ਿਪ ਮਿਲ ਜੇਗੀ ਤਾਂ ਇੱਕ ਕੱਲ ਨੂੰ ਉਹ ਪ੍ਰਧਾਨ ਮੰਤਰੀ ਪਦ ਦੇ ਦਾਅਵੇਦਾਰ ਤਾਂ ਹੋ ਜਾਣਗੇ। ਅਗਰ ਮਤਲਬ ਬਹੁਮਤ ਨਹੀਂ ਆਉਂਦਾ ਕਿਸੇ ਉਹਦਾ, ਤਾਂ ਅਗਰ ਮਿਲੀ ਜੁਲੀ ਸਰਕਾਰ ਬਣਦੀ ਹੈ ਇੰਡੀਆ ਦੀ, ਤਾਂ ਉੱਥੇ ਉਹ ਦਾਅਵੇਦਾਰ ਤਾਂ ਰਹਿਣਗੇ। ਪਰ ਐਨਡੀਏ ਦੇ ਵਿੱਚ ਤਾਂ ਇਹ ਪੱਤਾ ਸਾਫ਼ ਹੀ ਉਹਨਾਂ ਦਾ, ਐਨਡੀਏ 'ਚ ਤਾਂ ਇਹ ਹੋਣਾ ਹੀ ਨਹੀਂ। ਉੱਥੇ ਤਾਂ ਮੁੱਖ ਮੰਤਰੀ ਹੀ ਰਹਿਣਾ ਪਊਗਾ ਉਹਨਾਂ ਨੂੰ, ਤੇ ਮੁੱਖ ਮੰਤਰੀ ਤਾਂ ਫਿਰ ਉਹ ਆਲਰੇਡੀ ਹੈਗਾ ਹੀ ਹੈ। ਇਸੇ ਤਰ੍ਹਾਂ ਹੀ ਸ਼ਰਦ ਪਵਾਰ ਵਾਲਾ ਵੀ ਜਿਹੜਾ ਮਾਮਲਾ ਹੈਗਾ, ਉਹਦੇ ਵਿੱਚ ਵੀ ਰੰਧਾਵਾ ਸਾਹਿਬ ਇਹੀ ਹੈ ਕਿ ਬਾਰ-ਬਾਰ ਦੇਖੋ ਇਹ ਗੱਲਾਂ ਹੋ ਰਹੀਆਂ ਨੇ ਕਿ ਸ਼ਰਦ ਪਵਾਰ ਕਿਸ ਪਾਸੇ ਜਾਣਗੇ। ਸਾਰੀ ਪਾਰਟੀ ਆਲਰੇਡੀ ਉਹਨਾਂ ਦੀ ਚਲੀ ਜਾ ਚੁੱਕੀ ਹੈ, ਹੁਣ ਉਹੀ ਨੇ। ਜੇ ਉਹ ਵੀ ਇਸ ਤਰ੍ਹਾਂ ਦੀ ਜਾਂਦੇ ਆ ਪ੍ਰੋਗਰਾਮ 'ਚ, ਤਾਂ ਇੱਕ ਵਿਸ਼ਵਾਸ ਜਿਹੜਾ ਹੈ ਉਹ ਡਗਮਗਾ ਜਾਂਦਾ। ਮੈਨੂੰ ਲੱਗਦਾ ਕਿ ਉੱਥੇ ਵੀ ਉਹਨਾਂ ਦਾ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ। ਜੀ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ।